ਇੱਕ ਦਸਤਾਰਧਾਰੀ ਸਿੱਖ ਸੰਪੂਰਨ ਸਰੂਪ ਦੇ ਵਿੱਚ ਸੰਸਾਰ ਭਰ ਦੇ ਵਿੱਚ ਕਿਧਰੇ ਵੀ ਜਾਂਦਾ ਹੈ ਤੇ ਅੱਜ ਉਸ ਦੀ ਪਹਿਚਾਣ ਸੇਵੀਅਰ ਸਿੰਘ ਦੇ ਵਜੋਂ ਹੁੰਦੀ ਹੈ, ਕਿਉਂਕਿ ਉਹ ਜਿੱਥੇ ਵੀ ਜਾਂਦਾ ਹੈ ਉਹ ਸਰਬੱਤ ਦੇ ਭਲੇ ਦੇ ਕਾਰਜ ਕਰਦਾ ਜਾਂਦਾ ਹੈ ਤੇ ਜਿੱਥੇ ਵੀ ਜਾਂਦਾ ਹੈ ਲੋਕ ਭਲਾਈ ਦੇ ਕਾਰਜਾਂ ਦੇ ਵਿੱਚ ਮੂਹਰੇ ਹੋ ਕੇ ਨਿਤਰਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਪ੍ਰੀਤ ਸਿੰਘ ਦਰਦੀ ਤੇ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ। ਪਿਛਲੀ ਮੁਲਾਕਾਤ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕਰ ਰਹੇ ਸੀ ਸੇਵੀਅਰ ਸਿੰਘ, ਡਾਕਟਰ SP ਸਿੰਘ ਓਬਰਾਏ ਵਰਾਂ ਦੇ ਨਾਲ, ਉਹ ਇਸ ਐਪੀਸੋਡ ਦੇ ਵਿੱਚ ਵੀ ਅਸੀਂ ਜਾਰੀ ਰੱਖਾਂਗੇ। ਉਹਨਾਂ ਵੱਲੋਂ ਸੰਸਾਰ ਭਰ ਦੇ ਵਿੱਚ ਜਿਹੜੇ ਵੀ ਕਾਰਜ ਕੀਤੇ ਜਾ ਰਹੇ ਹਨ, ਮੈਂ ਖਾਸ ਤੌਰ 'ਤੇ ਸੰਸਾਰ ਦਾ ਲਫ਼ਜ਼ ਕਿਉਂ ਵਰਤ ਰਿਹਾ ਹਾਂ ਕਿਉਂਕਿ ਅੱਜ ਡਾਕਟਰ SP ਸਿੰਘ ਓਬਰਾਏ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਹੀ ਨਹੀਂ, ਦੁਬਈ ਦੀਆਂ ਜੇਲ੍ਹਾਂ ਤੋਂ ਛੁਡਾਉਣ ਤੋਂ ਲੈ ਕੇ ਨੇਪਾਲ ਦੇ ਵਿੱਚ ਜਦੋਂ ਤਰਾਸਦੀ ਵਰਤਦੀ ਹੈ, ਹਰ ਪਾਸੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆਪਣੀ ਪੂਰੀ ਟੀਮ ਦੇ ਨਾਲ ਡਾਕਟਰ SP ਸਿੰਘ ਓਬਰਾਏ ਅੱਗੇ ਹੋ ਕੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ, ਲੋਕਾਂ ਨੂੰ ਬਚਾਉਣ ਦੇ ਵਿੱਚ ਨਿਤਰਦੇ ਹਨ। ਮੁੜ ਤੋਂ ਨਿੱਘਾ ਸਵਾਗਤ ਹੈ ਜੀ, ਜੀ ਆਇਆਂ ਨੂੰ। ਥੈਂਕ ਯੂ ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਿ ਅੱਜ 24 ਅਗਸਤ ਨੂੰ ਪਿਛਲੇ ਦਿਨ ਜਿਹੜਾ ਨਿਕਲਿਆ ਹੈ ਸਮਾਂ, 10 ਸਾਲ, ਇੱਕ ਦਹਾਕੇ ਤੋਂ ਉੱਪਰ ਦਾ ਸਮਾਂ ਜਿਹੜਾ ਹੈ ਅੱਜ ਹੋ ਚੁੱਕਾ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਕੰਮ ਕਰਦਿਆਂ, ਅਤੇ ਸਮਾਜ ਦਾ ਕੋਈ ਖੇਤਰ ਐਸਾ ਨਹੀਂ ਜਿਹਦੇ ਭਲੇ ਲਈ ਤੁਸੀਂ ਕੰਮ ਨਾ ਕੀਤਾ ਹੋਵੇ। ਦੁਬਈ ਦੀਆਂ ਜੇਲ੍ਹਾਂ ਨੂੰ ਤੋਂ ਜਿੱਥੇ ਬਲੱਡ ਮਨੀ ਦੇ ਕੇ ਲੋਕਾਂ ਨੂੰ ਉੱਥੇ ਕੱਢਿਆ, ਉੱਥੇ ਜਿਨ੍ਹਾਂ ਬੰਦਿਆਂ ਦੀ ਡੈਥ ਹੋ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਤੁਸੀਂ ਆਪਣੇ ਪੱਲਿਓਂ ਪੈਸੇ ਦੇ ਕੇ ਉਹਨਾਂ ਦੀ ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਇੰਡੀਆ ਲੈ ਕੇ ਆਏ। ਮੈਂ ਗੱਲਬਾਤ ਮੁੜ ਵਾਪਸ ਦੁਬਈ 'ਤੇ ਲੈ ਕੇ ਜਾ ਰਿਹਾ। ਦੁਬਈ ਦੀਆਂ ਜੇਲ੍ਹਾਂ ਦੇ ਵਿੱਚ ਬੰਦੇ ਹੁਣ ਤੱਕ ਕਿੰਨੇ ਛੁਡਾ ਚੁੱਕੇ ਹੋ, ਅਤੇ ਉਸ ਤੋਂ ਬਾਅਦ 'ਚੋਂ ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਕਿੰਨੀਆਂ ਆ ਚੁੱਕੀਆਂ। ਅਤੇ ਤੀਜਾ ਇੱਕ ਮਹੱਤਵਪੂਰਨ ਜਿਹੜਾ ਇਹ ਸਵਾਲ ਹੈ ਕਿ ਜਿਹੜੀਆਂ ਬੱਚੀਆਂ ਸਾਡੀਆਂ ਉੱਥੇ ਫਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਤੁਸੀਂ ਪਹਿਲੇ ਵੀ ਕਢਾਇਆ ਅਤੇ ਉਹਨਾਂ ਨੂੰ ਇੱਥੇ ਆ ਕੇ ਮੁੜ ਵਸੇਬਾ ਇੰਡੀਆ 'ਚ ਕੀਤਾ, ਉਹਨਾਂ ਲਈ ਕੀ ਕੁਝ ਹੋਰ ਹੋ ਰਿਹਾ ਹੈ? ਬਿਲਕੁਲ ਹਰਪ੍ਰੀਤ ਜੀ, ਜਿੱਥੇ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਹੁਣ ਤੱਕ ਤਕਰੀਬਨ 119 ਬੱਚੇ ਨੇ ਜਿਨ੍ਹਾਂ ਦੀਆਂ ਫਾਂਸੀਆਂ ਮਾਫ ਹੋ ਚੁੱਕੀਆਂ ਨੇ ਜੀ। 16-17 ਬੱਚੇ ਨੇ ਜਿਨ੍ਹਾਂ ਨੂੰ ਫਾਂਸੀ ਹੋ ਚੁੱਕੀ ਸੀ, ਅਸੀਂ ਬਲੱਡ ਮਨੀ ਜਮ੍ਹਾਂ ਕਰਾ ਚੁੱਕੇ ਹਾਂ ਔਰ ਉਹਦੇ ਵੀ ਕੇਸ ਅਸੀਂ ਹੁਣ ਲੜ ਰਹੇ ਹਾਂ ਔਰ ਉਮੀਦ ਹੈ ਕਿ ਆਉਣ ਵਾਲੇ 4-5 ਮਹੀਨਿਆਂ ਵਿੱਚ ਅਸੀਂ ਉਹਨਾਂ ਨੂੰ ਵੀ ਉੱਥੋਂ ਛੁਡਵਾ ਕੇ ਅਤੇ ਅਸੀਂ ਵਾਪਸ ਉਹਨਾਂ ਦੀ ਕੰਟਰੀ 'ਚ ਭੇਜ ਦਿਆਂਗੇ। ਦੂਸਰਾ ਅਸੀਂ ਗੱਲ ਕੀਤੀ, ਜੇਲ੍ਹਾਂ ਦੇ ਵਿੱਚ ਕੁਝ ਬੰਦੇ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਸੀ। ਕਿਸੇ ਨੂੰ 4 ਮਹੀਨੇ ਸਜ਼ਾ ਸੀ, ਕਿਸੇ ਨੂੰ 6 ਮਹੀਨੇ ਸਜ਼ਾ ਸੀ, ਕਿਸੇ ਨੂੰ ਸਾਲ ਦੀ ਸੀ, ਲੇਕਿਨ ਕਈ ਸਾਲਾਂ ਦੇ ਅੰਦਰ ਬੈਠੇ ਸੀ। ਪ੍ਰੋਬਲਮ ਇਹ ਸੀ ਕਿ ਇੱਕ ਤਾਂ ਉਹਨਾਂ ਕੋਲ ਪਾਸਪੋਰਟ ਨਹੀਂ ਸੀ ਹੈਗੇ ਔਰ ਦੂਸਰੇ ਉਹਨਾਂ ਕੋਲ ਟਿਕਟ ਜੋਗੇ ਪੈਸੇ ਨਹੀਂ ਸੀ ਜੀ। ਔਰ ਉੱਥੋਂ ਜੇਲ੍ਹ ਡਿਪਾਰਟਮੈਂਟ ਖਾਣਾ ਖਵਾ ਰਿਹਾ ਉਹਨਾਂ ਨੂੰ, ਸਭ ਕੁਝ ਦੇ ਰਿਹਾ, ਲੇਕਿਨ ਟਿਕਟ ਦੀ ਪ੍ਰੋਵੀਜ਼ਨ ਨਹੀਂ ਹੈ, ਟਿਕਟ ਨਹੀਂ ਦੇ ਸਕਦੇ ਉਹ ਜੀ। ਫਿਰ ਅਸੀਂ ਇੰਡੀਆ ਗੌਰਮੈਂਟ ਨਾਲ ਮਿਲ ਕੇ ਅਤੇ ਇੰਡੀਅਨ ਐਮਬੈਸੀ, ਇੰਡੀਅਨ ਕੌਂਸਲਰ ਨਾਲ ਮਿਲ ਕੇ ਅਸੀਂ ਸਾਰੇ ਇਕੱਠੇ ਮਿਲੇ ਹਾਂ, ਜੇਲ੍ਹ ਡਿਪਾਰਟਮੈਂਟ 'ਚ ਮਿਲੇ ਜਾ ਕੇ, ਫਿਰ ਲਿਸਟਾਂ ਤਿਆਰ ਹੋਈਆਂ। ਇਹ ਕੰਮ 2013-14 ਤੋਂ ਸ਼ੁਰੂ ਹੋ ਚੁੱਕਾ ਸੀ ਜੀ ਔਰ ਸਾਨੂੰ ਇਹ 'ਚ ਲੱਗੇ 5-6 ਸਾਲ ਲੱਗੇ ਸੀ, ਜਿਹੜੇ ਕਿ ਤਕਰੀਬਨ ਹੁਣ ਤੱਕ 1150 ਦੇ ਕਰੀਬ ਜਿਹੜਾ ਬੱਚਾ ਹੈ ਉਹਨਾਂ ਦੇ ਇੰਡੀਅਨ ਕੌਂਸਲੇਟ, ਇੰਡੀਅਨ ਐਮਬੈਸੀ ਨੇ ਉਹਨਾਂ ਦੇ ਪੇਪਰ ਕਲੀਅਰ ਹੋਣ ਤੋਂ ਬਾਅਦ ਪਾਸਪੋਰਟ ਬਣਾਏ। ਟਿਕਟਾਂ ਸਾਰੀਆਂ ਉਹਨਾਂ ਨੂੰ ਮੈਂ ਦਿੱਤੀਆਂ ਸੀ ਆਪਣੇ ਕੋਲੋਂ। ਮੈਂ ਉੱਥੇ ਕਾਊਂਟਰ ਖੋਲ੍ਹੇ ਹੋਏ ਸੀ ਸ਼ਾਰਜਾ ਜੇਲ੍ਹ ਅਤੇ ਦੁਬਈ ਜੇਲ੍ਹ ਦੇ ਵਿੱਚ। ਇਕੱਲੇ ਭਾਰਤੀ ਕੈਦੀਆਂ ਨੂੰ ਹੀ ਛੁਡਾਇਆ? ਹੋਰ ਵੀ ਭਾਰਤੀ ਸਾਰੇ ਸੀ, ਇੰਨੇ ਭਾਰਤੀ ਸੀ ਕਿਉਂਕਿ ਅਸੀਂ ਭਾਰਤੀ ਨੂੰ ਛੁਡਾਉਣਾ ਸੀ ਪਹਿਲਾਂ, ਜਿਹੜੇ ਕਿ ਸਜ਼ਾ ਖਤਮ ਕਰ ਚੁੱਕੇ ਸੀ ਜੀ। ਅਤੇ ਉਹ ਸਾਰੇ ਜਿਹੜੇ ਸੀ ਉਹਨਾਂ ਨੂੰ ਅਸੀਂ ਵਾਰੀ ਕਰਕੇ ਤਕਰੀਬਨ ਅੱਜ 10 ਚੱਲ ਗਏ, 5 ਚੱਲ ਗਏ, ਫਿਰ ਚੱਲ ਗਏ, ਇਸ ਤਰ੍ਹਾਂ ਕਰਦੇ ਇਹ ਕੰਮ ਹੁਣ ਵੀ ਜਾਰੀ ਹੈ ਜੀ। ਅਤੇ ਇਹ ਸਾਰਾ ਚੱਲ ਰਿਹਾ। ਇਹ ਤੋਂ ਇਲਾਵਾ ਫਿਰ ਜਿਹੜਾ ਲੜਕੀਆਂ ਤੁਸੀਂ ਗੱਲ ਕੀਤੀ ਹੈ ਜੀ, ਇੱਕ ਲੜਕੀਆਂ ਅਤੇ ਇੱਕ ਲੜਕੇ, ਇਹ ਏਜੰਟਾਂ ਦੇ ਮਾਰ 'ਚ ਆ ਕੇ ਨਾ ਜੀ ਇਹ ਬਹੁਤ ਖਰਾਬ ਹੋ ਰਹੇ ਨੇ ਬੱਚੇ ਉੱਥੇ।
ਇਹ ਪਰ ਇਹ ਕੰਮ ਲਗਾਤਾਰ ਚੱਲ ਰਿਹਾ ਹੈ, ਰੁਕਣ ਤੇ ਨਹੀਂ ਆ ਨਹੀਂ ਰਿਹਾ। ਰੁਕਣ ਤੇ ਨਹੀਂ ਆ ਰਿਹਾ ਕਿਉਂਕਿ ਅਜੇ ਰੋਕ ਲੱਗ ਨਹੀਂ ਰਹੀ ਇਹਦੇ ਤੇ। ਜੀ। ਅਸੀਂ ਬੜਾ ਕੰਮ ਕੀਤਾ, ਮੈਨੂੰ 2 ਸਾਲ ਹੋ ਗਏ ਇਸ ਤੇ ਕੰਮ ਕਰਦੇ ਆ, ਅਜੇ ਤੱਕ ਕੰਟਰੋਲ ਨਹੀਂ ਕਰ ਪਾਇਆ। ਹੁਣ ਪਿੱਛੇ ਜੇ ਮੇਰੇ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਵੀ ਮੇਰੀ ਮੀਟਿੰਗ ਹੋਈ ਸੀ। ਜੀ। ਉਸ ਤੋਂ ਬਾਅਦ ਪੁਰੀ ਸਾਹਿਬ ਨਾਲ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਹੈ। ਇਹ ਫੋਰਨ ਅਫੇਅਰ ਨਾਲ ਸਾਰਿਆਂ ਨਾਲ ਮੀਟਿੰਗਾਂ ਹੋਈਆਂ ਨੇ। ਇਸ ਮੁੱਦੇ ਨੂੰ ਜਿਹੜਾ ਮੈਂ ਜਿਹੜੇ ਮੋਦੀ ਸਾਹਿਬ ਨੂੰ ਰੱਖਿਆ ਸੀ ਤੇ ਉਹ 'ਤੇ ਬੜਾ ਅਸਰ ਹੋਇਆ ਇਸ ਗੱਲ ਦਾ। ਜੀ। ਔਰ ਐਕਸ਼ਨ ਹੋਇਆ ਉਹਦੇ ਉੱਤੇ। ਅੱਛਾ ਜੀ। ਹੁਣ ਜਿਹੜੀਆਂ ਸਾਰੇ ਕੰਟਰੀਜ਼ ਦੇ ਅੰਬੈਸੀਜ਼ ਨੂੰ, ਜਿਹੜੀਆਂ ਅੰਬੈਸਡਰ ਸਾਹਿਬਾਨ ਨੂੰ ਲੈਟਰਸ ਜਾ ਚੁੱਕੀਆਂ ਨੇ ਇਸ ਤੇ ਉਹ 'ਚ ਮੈਂ 2 ਗੱਲਾਂ ਬੜੀਆਂ ਜ਼ਰੂਰੀ ਸੀ। ਦੇਖੋ, ਇੱਕ ਤਾਂ ਸਾਡੀਆਂ ਲੜਕੀਆਂ ਪਿਛਲੇ 2-2.5 ਸਾਲ ਪਹਿਲਾਂ ਵੀ 100 ਕੁਛ ਲੜਕੀਆਂ ਜਿਹੜੀਆਂ ਸੀ ਮਸਕਟ ਦੇ ਵਿੱਚ ਅੰਬੈਸੀ ਦੀ ਸ਼ਰਨ ਦੇ ਵਿੱਚ ਸੀਗੀਆਂ, ਜੀ। ਉਹ ਪੂਰੀਆਂ ਨਹੀਂ ਨਿਕਲ ਸਕੀਆਂ। ਹੁਣ ਹੋਰ ਵੀ ਨਿਕਲ ਰਹੀਆਂ। ਹੁਣ ਦੇਖੋ, ਕੱਲ ਪਰਸੋਂ ਦੀ ਗੱਲ ਹੈ ਜਿਹੜੀ ਮੇਰੇ ਕੋਲ ਨਿਊਜ਼ ਆਈ ਹੈ ਜਾਂ ਮੇਰੇ ਕੋਲ ਮੈਸੇਜ ਆਏ ਹੋਏ ਨੇ ਆਪਣੇ WhatsApp ਦੇ ਉੱਤੇ ਜੀ। ਕਿ 15 ਕੁ ਲੜਕੀਆਂ ਸਾਡੀਆਂ ਉੱਥੇ ਮਸਕਟ ਗੁਰਦੁਆਰੇ 'ਚ ਬੈਠੀਆਂ ਨੇ ਜਿਹੜੀਆਂ, ਜੀ। ਔਰ 13 ਲੜਕੀਆਂ ਜਿਹੜੇ 12-13 ਲੜਕੀਆਂ ਹੋਰ ਜਿਹੜੀਆਂ ਨੇ ਉਹ ਕਿਤੇ ਹੋਰ ਬਾਹਰ ਇੱਕ ਕਮਰੇ 'ਚ ਬੰਦ ਕੀਤੀਆਂ ਹੋਈਆਂ ਨੇ, ਉੱਥੇ ਬੈਠੀਆਂ ਹੋਈਆਂ ਨੇ। ਜੀ। ਸੋ ਮੈਨੂੰ ਜਿਹੜੇ ਕਾਲ ਆਈ ਤੇ ਮੈਂ ਫਿਰ ਦੱਸਿਆ, ਮੈਂ ਕਿਹਾ ਜੀ ਮੈਂ 1 ਤਰੀਕ ਨੂੰ ਮਸਕਟ ਆ ਰਿਹਾ, ਉੱਥੇ ਅੰਬੈਸਡਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਕੋਸ਼ਿਸ਼ ਮੇਰੀ ਹੋਏਗੀ ਕਿ ਇਹਨਾਂ ਦੇ ਜਿੰਨੇ ਫਾਈਨ ਵਗੈਰਾ ਨੇ ਜਾਂ ਜੋ ਖਰਚੇ ਕਰਨੇ ਆ ਉਹ ਖਰਚੇ ਕਰਕੇ ਇਹਨਾਂ ਨੂੰ ਆਪਾਂ ਇੰਡੀਆ ਲੈ ਕੇ ਵਾਪਸ ਲੈ ਆਈਏ। ਇੱਥੇ ਮੈਂ ਗਵਰਨਮੈਂਟ ਨੂੰ ਇੱਕ ਬੜੀ ਕਲੀਅਰ ਜਿਹੜੀ ਸੀ ਮੈਂ ਆਪਣੀ ਪਿਕਚਰ ਦਿੱਤੀ ਸੀ ਟਰਸਟ ਵੱਲੋਂ, ਕਿਉਂਕਿ ਇਹ ਜੇ ਟੋਟਲ ਦੇਖਿਆ ਜਾਏ ਤਾਂ ਸਾਡੇ ਕੋਲ 360 ਕਿ 365 ਦੇ ਕਰੀਬ ਲੜਕੀਆਂ ਜਿਹੜੀਆਂ ਫਸੀਆਂ ਹੋਈਆਂ ਨੇ, ਜਿਹੜਾ ਔਨ ਰੈਕੋਰਡ ਤੁਹਾਡੇ ਕੋਲ ਹੈ। ਜਿਹੜੀਆਂ ਫਸੀਆਂ ਹੋਈਆਂ ਸਾਰੀਆਂ, ਜਿਨ੍ਹਾਂ ਨੂੰ ਅਸੀਂ ਛੁਡਾ ਸਕਦੇ ਹਾਂ। ਜੀ। ਉਹਨਾਂ ਦੇ ਖਰਚੇ ਆ, ਔਰ ਐਵਰੇਜ ਦੇਖਿਆ ਜਾਏ ਤਾਂ ਤਕਰੀਬਨ 2.5 ਲੱਖ ਰੁਪਏ ਖਰਚਾ ਇੱਕ ਲੜਕੀ ਤੇ ਆ ਜਾਂਦਾ ਜੇ ਐਵਰੇਜ। ਅੱਛਾ ਜੀ। ਹਾਂ, ਤਾਂ ਇਹ ਟੋਟਲ ਦੇਖਿਆ ਜਾਏ ਤਾਂ 8-9 ਕਰੋੜ ਦੇ ਖਰਚੇ ਹੈਗੇ ਨੇ। ਜੀ। ਤੇ ਉਦੋਂ ਮੈਂ ਸਰਕਾਰ ਨੂੰ ਕਿਹਾ ਸੀ, ਸੈਂਟਰ ਗਵਰਨਮੈਂਟ 'ਚ, ਮੈਂ ਕਿਹਾ ਜੀ ਇਹ ਸਾਰੇ ਖਰਚੇ ਮੈਂ ਕਰਨ ਨੂੰ ਤਿਆਰ ਹਾਂ। ਸਰਕਾਰ ਤੇ ਮੈਂ ਲੋਡ ਨਹੀਂ ਪਾਉਂਦਾ, ਮੈਨੂੰ ਪਤਾ ਪ੍ਰੋਵੀਜ਼ਨ ਹੈ ਨਹੀਂ, ਤੁਸੀਂ ਇਹ ਦੇ ਨਹੀਂ ਸਕਦੇ, ਜੀ। ਲੇਕਿਨ ਤੁਸੀਂ ਮੇਰੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਉਹ ਮੇਰੀ ਹੈਲਪ ਕਰ ਸਕਦੇ ਹੋ। ਸੋ ਮੈਨੂੰ ਸਿਰਫ ਤੁਹਾਡੀ ਸਪੋਰਟ ਚਾਹੀਦੀ ਹੈ, ਇੰਡੀਅਨ ਕੌਂਸੂਲੇਟ, ਇੰਡੀਅਨ ਐਮਬੈਸੀ, ਇੰਡੀਆ ਗਵਰਨਮੈਂਟ ਦੀ, ਤਾਂ ਜੋ ਮੈਂ ਉਹਨਾਂ ਕੰਟਰੀ ਦੇ ਵਿੱਚ ਕੰਮ ਕਰਕੇ ਇਹਨਾਂ ਬੱਚਿਆਂ ਨੂੰ ਛੁਡਾ ਸਕਾਂ। ਜੀ। ਸੋ ਇਹ ਮੇਰਾ ਕੰਮ ਜਾਰੀ ਹੈ। ਉਮੀਦ ਅਸੀਂ ਬਹੁਤ ਜਲਦੀ ਇਹਨਾਂ ਲੜਕੀਆਂ ਸਾਰਿਆਂ ਨੂੰ ਛੁਡਾ ਕੇ ਅਸੀਂ ਇੰਡੀਆ ਲੈ ਕੇ ਆਵਾਂਗੇ। ਵਾਹ ਜੀ ਵਾਹ। ਦੂਸਰਾ ਜਿਹੜਾ ਸੀਗਾ ਕਿ ਜਿਹੜੇ ਲੜਕੇ ਸਾਡੇ ਫਸੇ ਹੋਏ ਨੇ, ਕੋਈ ਇਸ ਲਈ 1200-1300 ਲੜਕਾ ਉੱਥੇ ਫਸਿਆ ਹੋਇਆ ਜਿਹੜਾ, ਜੀ। ਇਹ ਸੇਮ ਸਾਰਾ ਏਜੰਟਾਂ ਦੇ ਝਾਂਸੇ ਜਾ ਕੇ ਗਿਆ ਉੱਥੋਂ, ਇੱਥੇ ਵੀ ਪੈਸੇ ਦੇ ਕੇ ਗਏ ਨੇ, ਉੱਥੇ ਉਹਨਾਂ ਨੂੰ ਜੌਬ ਨਹੀਂ ਮਿਲੀ, ਉਹਨਾਂ ਨੂੰ ਕਿਸੇ ਕੰਪਨੀ 'ਚ ਨਹੀਂ ਰੱਖਿਆ ਗਿਆ, ਪਾਸਪੋਰਟ ਉਹਨਾਂ ਦੇ ਲੈ ਲਏ ਗਏ। ਪਿੱਛੇ ਹੁਣ ਦੇਖੋ 162 ਬੱਚਿਆਂ ਦਾ ਗਰੁੱਪ ਸੀ ਇੱਕ, ਜਿਹੜਾ ਕਿ ਬਿਲਕੁਲ ਰੋਡ ਤੇ ਬੈਠੇ ਹੋਏ ਸੀ, ਅੱਛਾ। ਏਜੰਟਾਂ ਥਰੂ ਗਏ ਸੀ, ਔਰ ਉਹਨਾਂ ਵਿੱਚੋਂ ਕੁਝ ਬੱਚਿਆਂ ਨੇ ਸੁਸਾਈਡ ਵੀ ਕਰ ਲਏ। ਓਹੋ। ਅਸੀਂ ਡੈੱਡ ਬੋਡੀਆਂ ਲੈ ਕੇ ਆਏ ਉਹਨਾਂ ਦੀਆਂ। 18-20 ਸਾਲ ਦਾ ਬੱਚਾ ਸੀ, ਉਹਨੂੰ ਦੇਖਿਆ ਕਿ ਮੇਰੇ ਕੋਲ ਪਾਸਪੋਰਟ ਨਹੀਂ ਹੈ, ਮੇਰੇ ਕੋਲ ਜੌਬ ਨਹੀਂ ਹੈ, ਮੇਰੇ ਕੋਲ ਖਾਣ ਨੂੰ ਕੁਝ ਨਹੀਂ, ਮੇਰੇ ਕੋਲ ਰਹਿਣ ਨੂੰ ਜਗ੍ਹਾ ਕੋਈ ਨਹੀਂ ਹੈ, ਮੈਂ ਬਾਹਰ ਰੋਡ ਤੇ ਬੈਠਾ ਹੋਇਆ। ਟਰਾਲੇ ਹੁੰਦੇ, ਟਰਾਲਿਆਂ ਦੇ ਹੇਠਾਂ ਉਹ ਰਾਤ ਕੱਟਦੇ ਸੀ। ਓਹੋ। ਉਹਨਾਂ ਫਿਰ 162 ਬੱਚਿਆਂ ਨੂੰ ਚੁੱਕ ਕੇ ਮੈਂ ਆਪਣੇ ਕੈਂਪ 'ਚ ਲੈ ਕੇ ਗਿਆ। ਉੱਥੇ ਉਹਨਾਂ ਨੂੰ ਮੈਂ 18-19 ਦਿਨ ਆਪਣੇ ਕੋਲ ਰੱਖਿਆ, 3 ਟਾਈਮ ਦਾ ਖਾਣਾ ਦਿੱਤਾ, ਰਿਹਾਇਸ਼ ਫ੍ਰੀ ਦਿੱਤੀ। ਫਿਰ ਚਾਰਟਰਡ ਪਲੇਨ ਕਰਕੇ ਤੇ ਉਹਨਾਂ ਨੂੰ ਮੈਂ ਲੋਕਡਾਊਨ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਮੈਂ ਫਲਾਈਟ ਲੈ ਕੇ ਤੇ ਚੰਡੀਗੜ੍ਹ ਲੈ ਕੇ ਆਇਆ। ਉਹਨਾਂ ਦਿਨਾਂ ਵਿੱਚ ਫਿਰ ਬਾਕੀਆਂ ਨੇ ਮੈਨੂੰ ਅਪਰੋਚ ਕੀਤੀ। ਮੈਨੂੰ ਅਪਰੋਚ ਇਹ ਕੀਤੀ ਸੀ ਆਪਣੇ ਪੰਜਾਬੀਆਂ ਨੇ ਕਿ ਕਹਿੰਦੇ ਜਦ ਉਹਨਾਂ ਦਿਨਾਂ 'ਚ ਨਾ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ ਸਾਊਥ ਵਾਲਿਆਂ ਨੇ, ਕਹਿੰਦੇ ਅਗਰ ਕੇਰਲਾ ਦੇ ਜਿਹੜੀਆਂ ਸੰਸਥਾਵਾਂ ਹੈਗੀਆਂ ਅਗਰ ਉਹ ਚਾਰਟਰਡ ਪਲੇਨ ਕਰਕੇ ਆਪਣੇ ਬੰਦਿਆਂ ਨੂੰ ਕੱਢ ਸਕਦੀਆਂ ਤੇ ਪੰਜਾਬ ਕਿਉਂ ਨਹੀਂ ਕਰ ਸਕਦਾ। ਜੀ। ਸੋ ਇਸ ਕਰਕੇ ਫਿਰ ਮੈਂ ਪੂਰੀ ਅਪਰੂਵਲ ਲੈ ਕੇ ਆਪਣੇ ਏਵੀਏਸ਼ਨ ਡਿਪਾਰਟਮੈਂਟ ਤੋਂ ਤੇ 4 ਪਲੇਨ ਚਾਰਟਰਡ ਕੀਤੇ ਸੀ, ਜਿਹਦੇ 707 ਬੰਦਾ ਜਿਹੜਾ ਸੀ ਉਹ ਸੀ। 3 ਫਲਾਈਟਾਂ ਚੰਡੀਗੜ੍ਹ ਤੇ 1 ਫਲਾਈਟ ਅੰਮ੍ਰਿਤਸਰ ਮੈਂ ਲੈ ਕੇ ਆਇਆ ਸੀ। ਲੋਕਡਾਊਨ ਦੇ ਟਾਈਮ ਇਹ ਜੂਨ ਦੀ ਗੱਲ ਸੀ। ਇਹ ਬਹੁਤ ਔਖਾ ਸਮਾਂ ਸੀ। ਬਹੁਤ ਔਖਾ ਸੀ, ਲੇਕਿਨ ਚਾਰਟਰਡ ਪਲੇਨ ਕਹਿਣਾ ਸੌਖਾ ਹੈ, ਚਾਰਟਰਡ ਪਲੇਨ ਲੱਖਾਂ ਰੁਪਏ ਦਾ ਖਰਚਾ ਆ ਜਾਂਦਾ ਇੱਕ ਪਲੇਨ ਦੇ। ਇੱਕ ਪਲੇਨ 50-60 ਲੱਖ ਦਾ ਪੈਂਦਾ ਜੀ। ਹਾਂਜੀ, ਪਰ ਚਲੋ ਕੋਈ ਗੱਲ ਨਹੀਂ। ਮੈਨੂੰ ਇਹ ਹੈ ਕਿ ਜਿਹੜੇ ਬੱਚੇ ਫਸੇ ਸੀ ਨਾ ਜੀ, ਅਗਰ ਬੰਦਾ ਦੇਖੋ ਅਗਰ ਡੈਥ ਹੋ ਗਈ ਬੰਦੇ ਦੀ, ਸੁਸਾਈਡ ਕਰ ਲਿਆ ਨਾ, ਇੱਕ ਡੈੱਡ ਬੋਡੀ ਲਿਆਉਣ ਨਾਲ ਤੁਹਾਨੂੰ 1.5-2 ਲੱਖ ਦਾ ਖਰਚਾ ਹੈ। ਬਿਲਕੁਲ। ਤੇ ਚਾਰਟਰਡ ਪਲੇਨ ਕਰਕੇ ਅਗਰ ਅਸੀਂ ਉਹ ਜਿੰਦਾ ਜਾਗਦਾ ਬੱਚਾ ਜਿਹੜਾ ਉਹਨੂੰ ਅਸੀਂ 25-26 ਹਜ਼ਾਰ ਰੁਪਇਆ ਖਰਚ ਕੇ ਅਸੀਂ ਲਿਆ ਕੇ ਘਰਦਿਆਂ ਨੂੰ ਦੇ ਦਈਏ ਤੇ ਫਿਰ ਕਿਹੜਾ ਸੌਦਾ ਚੰਗਾ? ਮੇਰੇ ਹਿਸਾਬ ਨਾਲ ਤਾਂ ਇਹੀ ਸੌਦਾ ਚੰਗਾ ਸੀਗਾ। ਇਸੇ ਚੀਜ਼ ਨੂੰ ਜਾਣ ਕੇ ਮੈਂ 4 ਚਾਰਟਰਡ ਪਲੇਨ ਕੀਤੇ। ਫਿਰ ਉਹਨਾਂ ਦਿਨਾਂ 'ਚ ਕੀ ਸੀ ਕਿ ਕੁਝ ਬਜ਼ੁਰਗ ਲੇਡੀ ਸੀਗੀਆਂ, ਕੁਝ ਪੇਰੈਂਟਸ ਮਿਲਣ ਗਏ ਸੀ ਬੱਚਿਆਂ ਨੂੰ, ਉਹ ਵੀ ਫਸ ਕੇ ਜਿਹੜੇ ਟਿਕਟ ਖਰਚ ਸਕਦੇ ਸੀਗੇ। ਕੁਝ ਜਿਹੜੇ ਕਿ ਸਿਰਫ ਸ਼ਾਪਿੰਗ ਕਰਨ ਗਏ ਸੀ ਜਾਂ ਪਿਕਨਿਕ ਤੇ ਗਏ ਸੀ, ਆਪਣੀ ਛੁੱਟੀਆਂ ਮਨਾਉਣ ਗਏ ਸੀ, ਉਹ ਵੀ ਫਸ ਗਏ। ਆ ਨਹੀਂ ਸਕਦੇ ਸੀ, ਕੋਈ ਫਲਾਈਟਾਂ ਹੀ ਨਹੀਂ ਸੀਗੀਆਂ। ਫਿਰ ਜਿਹੜੀਆਂ ਆਪਾਂ ਚਾਰਟਰਡ ਪਲੇਨ ਕੀਤੇ ਸੀ ਉਹਨਾਂ ਵਿੱਚ ਜਿਹੜੇ ਬੰਦੇ ਕੋਈ ਟਿਕਟ ਦੇ ਸਕਦੇ ਸੀ ਉਹਨਾਂ ਟਿਕਟ ਦੇ ਦਿੱਤੀ। ਜੇ ਕੋਈ ਅੱਧ ਪਚਾ ਦਿੰਦਾ ਸੀ ਅੱਧ ਪਚਾ ਦੀ ਦੇ ਦਿੱਤੀ। ਜਿਹੜੇ ਨਹੀਂ ਸੀ ਦੇ ਸਕਦੇ ਉਹ ਸਾਰੇ ਬੱਚੇ ਫ੍ਰੀ ਦੇ ਵਿੱਚ ਆਏ। ਸੋ ਉਹ ਬੱਚੇ ਜਿਹੜੇ ਸਾਰੇ ਅਸੀਂ ਕੱਢ ਕੇ ਇੱਥੇ। ਵਾਹ ਜੀ ਵਾਹ, ਇਹ ਬੜੀ ਵੱਡੀ ਗੱਲ ਹੈ ਜੀ, ਨਿੱਕੀ ਗੱਲ ਨਹੀਂ ਹੈਗੀ ਵੀ ਇਸ ਮੁਸ਼ਕਲ ਦੌਰ ਦੇ ਵਿੱਚ, ਕੋਵਿਡ ਦੇ ਦੌਰ ਦੇ ਵਿੱਚ ਬੱਚੇ ਆਪਣੇ ਮਾਪਿਆਂ ਕੋਲ, ਆਪਣੇ ਸਨੇਹੀਆਂ ਕੋਲ, ਰਿਸ਼ਤੇਦਾਰਾਂ ਕੋਲ ਵਾਪਸ ਪੁੱਜ ਸਕੇ। ਬਿਲਕੁਲ। ਬਾਕੀ ਤੁਸੀਂ ਗੱਲ ਕੀਤੀ ਹੈ ਡੈੱਡ ਬੋਡੀਜ਼ ਦੀ। ਜੀ। ਕੁਝ ਸਾਲ ਪਹਿਲਾਂ ਮੈਨੂੰ ਇੰਡੀਅਨ ਕੌਂਸੂਲੇਟ ਨੇ ਕੰਟੈਕਟ ਕੀਤਾ ਸੀ। ਇਹਨਾਂ ਨੂੰ ਇੱਕ ਡੈੱਡ ਬੋਡੀ ਮਿਲੀ ਸੀ, ਲਵਾਰਸ ਡੈੱਡ ਬੋਡੀ ਸੀ।
ਉਹਦੇ ਫਿੰਗਰਪ੍ਰਿੰਟ ਲੈ ਕੇ ਤੇ ਉਹਦਾ ਐਡਰੈਸ ਵਗੈਰਾ ਨਿਕਲ ਗਿਆ, ਪੰਜਾਬ ਦੀ ਸੀ, ਆਦਮਪੁਰ ਦੀ ਸੀ। ਉਹ ਮੈਨੂੰ ਮਿਲਿਆ, ਫਿਰ ਅਸੀਂ ਉਸ ਜਾ ਕੇ ਗੱਲਬਾਤ ਕਰਕੇ ਉਹਨਾਂ ਨੂੰ ਆਪਣੇ ਖਰਚੇ 'ਤੇ ਇੱਥੇ ਲੈ ਕੇ ਆਏ। ਫਿਰ ਉਹ ਡੈੱਡ ਬੋਡੀ ਸ਼ਨਾਖਤ ਕਰਾਉਣੀ ਹੁੰਦੀ ਹੈ ਕਿ ਵਾਕਈ ਹੀ, ਕਿਉਂਕਿ ਜੇ ਡੈੱਡ ਬੋਡੀ ਗਲਤ ਚੱਲ ਜਾਏ ਤਾਂ ਬੜਾ ਵੱਡਾ ਕ੍ਰਾਈਮ ਹੈ ਇਹ। ਅੱਛਾ ਜੀ। ਤੇ ਉਹ ਸ਼ਨਾਖਤ ਕਰਾਉਣੀ ਪੈਂਦੀ ਹੈ ਕਿ ਇਹ ਬੱਚਾ ਵਾਕਈ ਹੀ ਤੁਹਾਡਾ ਹੈ। ਫਿਰ ਉਹਦਾ ਬ੍ਰਦਰ ਗਿਆ ਸੀ, ਉਹਨੇ ਕਿਹਾ ਨਹੀਂ ਮੇਰਾ ਭਰਾ ਵੱਡਾ ਹੈ, ਤੇ ਕਰਕੇ ਫਿਰ ਅਸੀਂ ਉਹ ਡੈੱਡ ਬੋਡੀ ਲੈ ਕੇ ਆਏ। ਉਹ ਕੰਮ ਜਿਉਂ ਸ਼ੁਰੂ ਹੋਇਆ ਫਿਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਕੋਈ ਡੈਥ ਹੋ ਗਈ ਹੈ, ਚਾਹੇ ਐਕਸੀਡੈਂਟਲ ਡੈਥ ਹੈ, ਚਾਹੇ ਕਿਸੇ ਦਾ ਮਰਡਰ ਹੋ ਗਿਆ, ਚਾਹੇ ਕੋਈ ਬਿਮਾਰੀ ਨਾਲ ਮਰ ਗਿਆ, ਚਾਹੇ ਕਿਸੇ ਨੇ ਸੁਸਾਈਡ ਕਰ ਲਿਆ, ਤੇ ਉਹ ਪੇਰੈਂਟਸ ਨੇ ਹੁੰਦਾ ਕਿ ਸਰਬਤ ਦੇ ਭਰੇ ਨੂੰ ਕੰਟੈਕਟ ਕਰੋ ਤੇ ਡੈੱਡ ਬੋਡੀ ਆ ਜਾਏਗੀ। ਸਾਨੂੰ ਜਦੋਂ ਵੀ ਇਹੋ ਜਿਹੀ ਕੋਈ ਨਿਊਜ਼ ਮਿਲਦੀ ਹੈ ਤੇ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੀ ਉਹਦੀ ਡੈੱਡ ਬੋਡੀ ਲਿਆ ਕੇ ਘਰ, ਸਾਡੇ ਡਿਸਟ੍ਰਿਕਟ ਵਾਈਜ਼ ਸਾਡੀ ਟੀਮਾਂ ਜਾਂਦੀਆਂ ਨੇ ਜਿਹੜੀਆਂ ਘਰ ਜਾ ਕੇ ਸੰਸਕਾਰ ਕਰਕੇ ਆਉਂਦੀਆਂ ਨੇ। ਹੁਣ ਤੱਕ ਤਕਰੀਬਨ ਸਾਡੀਆਂ 319 ਡੈੱਡ ਬੋਡੀਆਂ ਜਿਹੜੀਆਂ ਅਸੀਂ ਲਿਆ ਚੁੱਕੇ ਹਾਂ ਤੇ ਉਹਨਾਂ ਦੇ ਸੰਸਕਾਰ ਇੱਥੇ ਕਰ ਚੁੱਕੇ ਹਾਂ। ਸੰਸਕਾਰ ਕਰਨ ਤੋਂ ਬਾਅਦ ਫਿਰ ਅਸੀਂ ਛੱਡਦੇ ਨਹੀਂ ਉੱਥੇ, ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਬੰਦਾ ਕਮਾਉਣ ਗਿਆ ਸੀ ਉਹ ਤਾਂ ਰਿਹਾ ਨਹੀਂ। ਹੁਣ ਪਿੱਛੋਂ ਉਹਦੇ ਬੱਚੇ ਵੀ ਹੈ, ਉਹਦੀ ਵਾਈਫ ਵੀ ਹੈ, ਉਹਦੇ ਮਾਤਾ ਪਿਤਾ ਵੀ ਕਰਦੇ ਕੀ ਨੇ, ਉਹ ਇਨਕਮ ਦਾ ਸੋਰਸ ਕੀ ਹੈ, ਇਨਕਮ ਦਾ ਸੋਰਸ ਕੀ ਹੈ। ਜਿਹੜੇ ਕੁਛ ਨਹੀਂ ਲੱਭਦਾ ਫਿਰ ਸਾਡੇ ਫਾਰਮ ਤਿਆਰ ਕਰਕੇ ਅਸੀਂ ਉਹਨਾਂ ਦੀ ਪੈਨਸ਼ਨ ਲਗਾ ਦਿੰਦੇ ਹਾਂ। ਅਤੇ ਪੈਨਸ਼ਨ ਤਾਂ ਹੋਈ, ਚਲੋ ਇੱਕ ਜਿਹੜਾ ਹੋਰ ਮੇਰੇ ਨਿਗਾਹ 'ਚ ਆਇਆ ਸੀ ਕਿ ਇੱਕ ਬੰਦੇ ਦੀ ਡੈਥ ਹੋਈ ਸੀ, ਨਿਹੰਗ ਸਿੰਘ ਦਾ ਬੇਟਾ ਸੀ ਉੱਥੇ ਤਰਨਤਾਰਨ ਦਾ, ਪੱਟੀ ਤਰਨਤਾਰਨ ਦਾ। ਉਹਦੇ 3 ਬੱਚੀਆਂ ਸੀਗੀਆਂ, 4 ਸਾਲ ਦੀ ਸੀ, 8 ਸਾਲ ਦੀ ਸੀ ਤੇ 13 ਸਾਲ ਦੀ ਸੀ। ਅੱਛਾ ਜੀ। ਹੁਣ ਉਹ ਬੱਚੀਆਂ, ਫਿਰ ਇੱਕਦਮ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਨਹੀਂ ਅਸੀਂ ਇਹਨਾਂ ਦੇ ਫਿਕਸ ਡਿਪੋਜ਼ਿਟ ਕਰਾਈਏ। ਅਸੀਂ ਇਹ ਕੰਮ ਸਕੀਮ ਸ਼ੁਰੂ ਕੀਤੀ। ਜਿਹੜੀ ਛੋਟੀ ਬੱਚੀ ਉਹਦੇ ਨਾਂ 'ਤੇ 1 ਲੱਖ ਰੁਪਇਆ, ਜਿਹੜੀ ਵੱਡੀ ਹੈ ਉਹਦੇ ਨਾਂ 'ਤੇ 2 ਲੱਖ, ਜਿਹੜੀ 13-14 ਸਾਲ ਦੀ ਉਹ 4 ਲੱਖ ਰੁਪਇਆ। ਅਸੀਂ ਉਹਨਾਂ ਦਾ ਫਿਕਸ ਡਿਪੋਜ਼ਿਟ ਕਰਾਉਂਦੇ ਹਾਂ 15 ਸਾਲ, 20 ਸਾਲ ਲਈ, 25 ਸਾਲ ਲਈ, ਜਦੋਂ ਤੱਕ ਉਹ ਵਿਆਹਣ ਜੋਗੇ ਹੋਣ, ਤਾਂ ਜੋ ਜਦੋਂ ਉਹ ਵਿਆਹਣ ਦੇ ਕਾਬਲ ਹੋਵੇ ਤੇ ਇਹਨਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਇਹਨਾਂ ਕੋਲ ਉਨਾ ਕੁ ਪੈਸਾ ਹੋਵੇ ਕਿ ਜਿਹਦੇ ਨਾਲ ਉਹ ਲੜਕੀ ਦੀ ਮੈਰਿਜ ਹੋ ਜਾਵੇ। ਇਹ ਸਾਡੀ ਸਕੀਮਾਂ ਸ਼ੁਰੂ ਹੋਈਆਂ, ਇਹ ਹੁਣ ਤੱਕ ਸਾਰੀਆਂ ਸਕੀਮਾਂ ਇਹ ਵੀ ਚੱਲ ਰਹੀਆਂ। ਜਿੱਥੇ ਸਾਡੀ ਵਿਡੋ ਪੈਨਸ਼ਨ ਸਕੀਮ ਸੀ ਉਹ ਤਾਂ ਜਾਰੀ ਹੈ ਸਾਡੀ। ਹਾਂਜੀ ਹਾਂਜੀ। ਵਿਡੋ ਪੈਨਸ਼ਨ ਸਕੀਮ ਸਾਡੀ ਹੁਣ ਤੱਕ, ਅਸੀਂ 2012 'ਚ ਸ਼ੁਰੂ ਕੀਤੀ ਸੀ ਜੀ, ਤੇ ਉਹ ਸਾਡੇ ਹੁਣ ਤੱਕ ਜਾਰੀ ਹੈ। ਹੁਣ ਤੱਕ ਕਿੰਨੇ ਕੁ? ਆਈ ਥਿੰਕ 13,000 ਤੋਂ ਉੱਤੇ ਕ੍ਰੋਸ ਕਰ ਗਏ ਅਸੀਂ ਜਿਹੜੇ ਦੇ ਰਹੇ ਹਾਂ। ਇਹਨਾਂ ਦੇ ਵਿੱਚ ਵੀ 2 ਤੋਂ 3 ਤਰ੍ਹਾਂ ਦੀ ਕੈਟਾਗਰੀਆਂ ਆ ਜਾਂਦੀਆਂ, ਕਿਸੇ ਨੂੰ 500 ਹੈ, ਕਿਸੇ ਨੂੰ 750 ਹੈ, ਕਿਸੇ ਨੂੰ 1000 ਰੁਪਏ ਹੈ। ਸਿਰਫ ਜਿਹੜੀਆਂ ਤੁਹਾਡੀਆਂ ਚੱਲ ਜਾਓ ਤੁਸੀਂ ਫਾਜ਼ਿਲਕਾ ਅਬੋਹਰ ਸਾਈਡ ਚੱਲ ਜਾਓ, ਹਾਂਜੀ, ਉੱਥੇ ਕਿਉਂਕਿ ਮੈਂ ਖੁਦ ਵਿਜ਼ਿਟ ਕੀਤੀ ਸੀ, ਪਾਣੀ ਬਹੁਤ ਗੰਦਲਾ ਉੱਥੇ, ਨਸ਼ਿਆਂ ਦੀ ਭਰਮਾਰ ਹੈ ਉੱਥੇ। ਸੋ ਉੱਥੇ ਜਿਹੜੇ ਸਾਡੇ ਸਪੈਸ਼ਲ ਬੱਚੇ ਆ ਨਾ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਜੀ। ਤੇ ਜਦੋਂ ਪਿੰਡ ਮੈਂ ਵਿਜ਼ਿਟ ਕੀਤੀ ਤੇ ਹਰ ਪਿੰਡ ਦੇ ਵਿੱਚ ਮੈਨੂੰ 60-70 ਬੱਚੇ ਜਿਹੜੇ MR ਬੱਚੇ ਮਿਲੇ, ਜਿਹੜੇ ਕਿ ਮਿੱਟੀ 'ਚ ਰੁਲਦੇ ਪਏ ਸੀ, ਕਿਉਂਕਿ ਉਹਦੇ ਫਾਦਰ ਦੀ ਡੈਥ ਹੋ ਗਈ। ਕਈਆਂ ਦੀ ਤਾਂ ਮਦਰ ਜਿਹੜੀ ਸੀ ਉਹ ਜਵਾਨ ਸੀਗੀ, ਉਹ ਬੱਚਿਆਂ ਨੂੰ ਛੱਡ ਕੇ ਤੇ ਉਹ ਕਿਸੇ ਹੋਰ ਨਾਲ ਚਲੇ ਗਈ, ਤੇ ਉਹ ਬੱਚੇ ਜਿਹੜੇ ਸੀ ਨਾਨਾ ਨਾਨੀ ਜਾਂ ਦਾਦਾ ਦਾਦੀ ਦੇ ਕੋਲ ਪਲ ਰਹੇ ਸੀ। ਬਟ ਮੈਂਟਲੀ ਹਾਂ, ਕਿਉਂਕਿ ਸਪੈਸ਼ਲ ਸਾਰੇ ਬੱਚੇ, ਸਾਰੇ ਸਪੈਸ਼ਲ ਬੱਚੇ। ਹਾਂਜੀ। ਉਦੋਂ ਫਿਰ ਮੈਂ ਜਿਹੜੀ ਪੈਨਸ਼ਨ ਸਕੀਮ, ਸਾਡੀ ਸਭ ਤੋਂ ਵੱਧ ਪੈਨਸ਼ਨ ਸਾਡੀ ਉੱਥੇ ਜਾ ਰਹੀ ਹੈ। 700 ਕਿ 800 ਵਿਡੋਜ਼ ਨੂੰ ਪੈਨਸ਼ਨ ਲੱਗੀ ਹੋਈ ਹੈ, ਜਾਂ ਪੇਰੈਂਟਸ ਨੂੰ ਲੱਗੀ, ਉਹਦੇ ਬਜ਼ੁਰਗਾਂ ਨੂੰ ਲੱਗੀ ਹੋਈ ਹੈ। ਉਹਦੇ 'ਚ ਕੀ ਹੈ ਕਿ ਸਾਡਾ 1000 ਰੁਪਇਆ ਅਸੀਂ ਦਿੰਦੇ ਹਾਂ ਵਿਡੋ ਨੂੰ ਜੀ, ਤੇ ਉਸ ਤੋਂ ਅੱਗੇ ਫਿਰ ਜੇ ਉਹਦੇ 2 ਬੱਚੇ ਨੇ ਤੇ 2000, 3 ਬੱਚੇ ਨੇ 3000, 4 ਬੱਚੇ ਤੇ 4000। ਸੋ 1,000 ਬੱਚਿਆਂ ਦੀ ਤੇ 1,000 ਜਿਹੜੀ ਹੈ ਉਹ ਵਿਡੋ ਦੀ। ਇਹ ਸਾਰੀ ਪੈਨਸ਼ਨ ਦੇ ਕੇ ਸਭ ਤੋਂ ਸਾਡੀ ਜਿਹੜੀ ਜ਼ਿਆਦਾ ਪੈਨਸ਼ਨ ਜਾ ਰਹੀ ਹੈ ਉਹ ਉੱਥੇ ਜਾ ਰਹੀ ਹੈ ਜੀ। ਇਹ ਵੀ ਮੈਂ ਦੱਸਾਂ ਤੁਹਾਨੂੰ ਕਿ ਫੱਗਣ ਮਾਜਰੇ ਤੋਂ ਸ਼ੁਰੂ ਹੋਈ ਸੀ, ਪਟਿਆਲੇ ਤੋਂ ਜਿਹੜੀ ਪਹਿਲੀ ਪੈਨਸ਼ਨ ਲਗਾਈ ਗਈ ਸੀ। ਅਸੀਂ ਉੱਥੇ ਜ਼ਮੀਨ ਲੈ ਰਹੇ ਸੀ, ਸਾਡੇ ਪ੍ਰੋਜੈਕਟ ਆਣੇ ਸੀ ਉੱਥੇ, ਤੇ ਉੱਥੇ ਬੈਠੇ ਦੇ ਇੱਕ ਲੇਡੀ ਇਸ ਤਰ੍ਹਾਂ ਗਿਰ ਗਈ ਸੀ, ਛਿੱਟੇ ਮਾਰੇ, ਉਠਾਇਆ, ਤੇ ਮੈਂ ਪੁੱਛਿਆ ਸਰਪੰਚ ਸਾਹਿਬ ਨੂੰ ਵੀ ਇਹ ਦੱਸਿਆ, ਕਹਿੰਦੇ ਜੀ ਇਹ ਵਿਡੋ ਨੇ। ਮੈਂ ਕਿੰਨੀਆਂ ਵਿਡੋ? ਕਹਿੰਦੇ 3 ਵਿਡੋ ਨੇ ਸਾਡੇ। ਤੇ ਮੈਂ ਕਿਹਾ ਜੀ ਤੁਹਾਡੇ ਕੋਲ ਇੰਨੀ ਜ਼ਮੀਨ ਹੈ, ਇੰਨਾ ਠੇਕਾ ਹੁੰਦਾ ਵੀ ਤੁਸੀਂ 3 ਵਿਡੋ ਨਹੀਂ ਸੰਭਾਲ ਸਕਦੇ? ਤੇ ਉਹ ਗੱਲ ਟਾਲ ਗਏ, ਗੱਲ ਨਹੀਂ ਬਣੀ। ਮੈਂ ਉੱਥੇ ਬੈਠਿਆ, ਉਸੇ ਵੇਲੇ ਹੀ ਅਸੀਂ ਅਨਾਉਂਸ ਕੀਤਾ, ਮੈਂ ਕਿਹਾ ਨਹੀਂ ਅਸੀਂ ਇਹਨਾਂ ਨੂੰ ਪੈਨਸ਼ਨ ਲਾਵਾਂਗੇ। ਉੱਥੋਂ ਸਾਡੀ ਪੈਨਸ਼ਨ ਸਕੀਮ ਸ਼ੁਰੂ ਹੋਈ ਸੀ ਕਿ ਤਾਂ ਜੋ ਇਹ 70-75 ਸਾਲ ਦੀ ਉਮਰ ਦੇ ਵਿੱਚ ਉਸ ਲੇਡੀਜ਼ ਨੂੰ ਜਿਹੜਾ 2 ਟਾਈਮ ਦੀ ਰੋਟੀ ਵਾਸਤੇ ਕਿਸੇ ਦੇ ਘਰ ਭਾਂਡੇ ਨਾ ਮਾਂਜਣੇ ਪੈਣ, ਰੋਟੀ ਨਾ ਪਕਾਉਣੀ ਪਵੇ, ਸਫਾਈ ਨਾ ਕਰਨੀ ਪਵੇ, ਕੱਪੜੇ ਨਾ ਧੋਣੇ ਪੈਣ ਜੀ। ਇਹ ਇਸ ਉਮਰ 'ਚ ਆ ਕੇ ਜਿਹੜੇ ਇਕੱਲੀ ਰਹਿ ਜਾਂਦੀ ਨਾ ਵਿਡੋ, ਤੇ ਇਹ ਕੰਮ ਸਾਰੇ ਕਰਕੇ 2 ਟਾਈਮ ਦੀ ਰੋਟੀ ਉਹਨੂੰ ਮੁਸ਼ਕਿਲ ਨਾਲ ਮਿਲਦੀ ਸੀ। ਅਸੀਂ ਉਹਨਾਂ ਦੀ 1,000 ਰੁਪਏ ਪੈਨਸ਼ਨ ਲਾਤੀ, ਜਿਹਦੇ ਨਾਲ ਕੀ ਸੀ ਕਿ ਉਹਨਾਂ ਦਾ ਖਾਣਾ ਪਾਣੀ ਵੀ ਚੱਲ ਗਿਆ, ਬਿਲਕੁਲ ਜੀ, ਲੀੜਾ ਲੱਪਾ ਵੀ ਹੋ ਗਿਆ ਸਾਰਾ ਜੀ। ਸੋ ਇਹ ਸਕੀਮ ਉੱਥੋਂ ਸ਼ੁਰੂ ਹੋਈ ਸੀ ਤੇ ਇਹ ਵੱਧਦੀ ਫਿਰ ਸਾਰੇ ਡਿਸਟ੍ਰਿਕਟ ਦੇ ਵਿੱਚ ਸਾਡੀਆਂ ਇਹ ਸਕੀਮਾਂ ਚੱਲ ਰਹੀਆਂ ਨੇ ਜੀ ਹੁਣ। ਕੀ ਬਾਤ ਹੈ ਜੀ। ਪ੍ਰੋਜੈਕਟ ਇਤਨੇ ਨੇ, ਮੈਂ ਕਿੰਨੀਆਂ ਦੀ ਗੱਲ ਕਰਾਂ, ਪਰ ਮੈਂ ਹੁਣ ਸਿੱਧਾ ਹੈਲਥ ਤੇ ਆਉਣਾ ਜੀ। ਵੀ ਜਿੱਥੇ ਵੀਡੋ ਸਕੀਮ ਹੋ ਗਈ, ਐਜੂਕੇਸ਼ਨ ਦੇ ਉੱਤੇ ਤੁਸੀਂ ਹੁਣੇ ਗੱਲਬਾਤ ਜਿਹੜੀ ਹੈਗੀ ਹੈ, ਉਸ ਤੋਂ ਬਾਅਦ ਚੋਂ ਡੈਡ ਬਾਡੀਜ਼ ਦੀ ਗੱਲ ਹੋ ਗਈ। ਹੈਲਥ ਦੇ ਵਿੱਚ ਬੜੇ ਵੱਡੇ ਕਾਰਜ ਹੋ ਰਹੇ ਨੇ। ਵੀ ਇੱਕ ਤਾਂ MR ਬੱਚਿਆਂ ਲਈ ਤੁਸੀਂ ਦੱਸਿਆ ਵੀ ਅਸੀਂ ਉਹ ਲਗਾਇਆ, ਉਸ 'ਚ MR ਬੱਚਿਆਂ ਲਈ ਤੁਸੀਂ ਸਪੈਸ਼ਲ ਸੈਂਟਰਸ ਵੀ ਖੋਲ੍ਹੇ ਨੇ। ਹਾਂਜੀ, ਸਾਡੇ ਕਾਫੀ ਸਕੂਲ ਆ ਰਹੇ ਨੇ ਜੀ, ਇਹ 'ਚ 8-9 ਸਕੂਲ ਹੋਰ ਨਵੇਂ ਆ ਰਹੇ ਨੇ, ਪਹਿਲਾਂ ਚੱਲ ਵੀ ਰਹੇ ਵੀ। ਪਟਿਆਲਾ ਦੇ ਵਿੱਚ ਤੁਸੀਂ ਦੇਖੋਗੇ ਸੂਲਰ ਦੇ ਵਿੱਚ ਨਵਜੀਵਨੀ ਸਕੂਲ ਹੈ, ਤਕਰੀਬਨ 10-11 ਕਰੋੜ ਰੁਪਏ ਲਾ ਕੇ ਉਹ ਬਣਾਈ ਗਈ ਸੀ ਬਿਲਡਿੰਗ। ਸੋ ਉਹ ਸਕੂਲ ਬੜਾ ਅੱਛਾ ਚੱਲ ਰਿਹਾ। ਹੁਣ ਸਾਡੇ ਕੁਰੂਕਸ਼ੇਤਰ 'ਚ ਆ ਰਹੇ ਨੇ, ਕਰਨਾਲ 'ਚ ਆ ਰਿਹਾ, ਹਿਸਾਰ 'ਚ ਆ ਰਿਹਾ,
ਫਾਜ਼ਿਲਕਾ ਬੋਰ ਸਾਈਡ ਤੇ ਆ, ਅੰਮ੍ਰਿਤਸਰ 2 ਆ ਰਹੇ ਨੇ ਤੇ ਪਟਿਆਲੇ 'ਚ ਇੱਕ ਸਕੂਲ ਹੋਰ ਆ ਰਿਹਾ। ਸੋ ਨਾਲਾਗੜ੍ਹ ਹਿਮਾਚਲ ਪ੍ਰਦੇਸ਼ 'ਚ ਆ ਰਿਹਾ ਤੇ ਇਹ ਸਾਰੇ ਜਿਹੜੇ ਸਾਡੇ 7-8 ਸਕੂਲ ਸਾਡੇ ਹੋਰ ਜਿਹੜੇ ਸਪੈਸ਼ਲ ਬੱਚਿਆਂ ਦੇ ਸਪੈਸ਼ਲ ਬੱਚਿਆਂ ਉਹ ਆ ਰਹੇ ਨੇ। ਇਸ ਤੋਂ ਬਾਅਦ ਜਿਹੜਾ ਸਾਡਾ ਅੱਗੇ ਜਿਹੜਾ ਅਸੀਂ ਇਸ ਲਈ ਵਰਕ ਕਰ ਰਹੇ ਹਾਂ ਉਹ ਕਰ ਰਹੇ ਹਾਂ ਇਹਨਾਂ ਸਪੈਸ਼ਲ ਬੱਚਿਆਂ ਦੀ ਯੂਨੀਵਰਸਿਟੀ ਦੇ ਉੱਤੇ। ਉਹ ਬੜਾ ਵੱਡਾ ਪ੍ਰੋਜੈਕਟ ਹੈਗਾ ਸਾਡਾ। ਮੇਰੇ ਖਿਆਲ ਮੈਂ ਪਹਿਲੀ ਵਾਰ ਸੁਣ ਰਿਹਾ ਵੀ ਹਿੰਦੁਸਤਾਨ 'ਚ ਨਹੀਂ, ਵਰਲਡ 'ਚ ਨਹੀਂ ਹੈਗੀ ਜੀ, ਵਰਲਡ ਵਿੱਚ ਨਹੀਂ ਹੈਗੀ ਸਪੈਸ਼ਲ ਬੱਚਿਆਂ ਦੀ ਯੂਨੀਵਰਸਿਟੀ ਫੁੱਲ ਫਲੈਜ ਨਹੀਂ ਹੈਗੀ। ਉਹ ਸਾਡੀ ਪੂਰੀ ਪਲੈਨਿੰਗ ਹੈ, ਉਹਦੀ ਸਾਰਾ ਪੂਰਾ ਗਰਾਊਂਡ ਵਰਕ ਅਸੀਂ ਕਰ ਚੁੱਕੇ ਹੋਏ ਹਾਂ ਤੇ ਉਹ ਬਹੁਤ ਜਲਦੀ ਸਾਡਾ ਆ ਰਿਹਾ। ਦੂਸਰੀ ਤੁਸੀਂ ਗੱਲ ਕੀਤੀ ਹੈਲਥ ਤੇ, ਅੱਜ 2 ਹੀ ਚੀਜ਼ਾਂ ਤੇ ਲੋਡ ਜ਼ਿਆਦਾ ਹੈਗੀ ਹੈ ਜਿੱਥੇ ਅਸੀਂ ਜ਼ੋਰ ਪਾ ਰਹੇ ਹਾਂ, ਹੈਲਥ ਵੀ ਹੈ ਤੇ ਐਜੂਕੇਸ਼ਨ ਵੀ ਹੈ। ਜਿੱਦਾਂ ਪਹਿਲਾਂ ਦੱਸਿਆ ਤੁਹਾਨੂੰ ਮੈਂ ਕਿ ਅਸੀਂ ਕੈਂਪ ਲਗਾਏ ਅੱਖਾਂ ਦੇ, ਉਹ ਸਾਰੀ ਪ੍ਰੋਬਲਮ ਸੋਲਵ ਕੀਤੀ ਅਸੀਂ। ਦੂਸਰੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸੀ ਉਹ ਸੀ ਕਿਡਨੀ ਦੇ ਪੇਸ਼ੈਂਟ ਵਾਸਤੇ ਡਾਇਲਿਸਿਸ ਨਹੀਂ ਸੀ ਹੁੰਦਾ, 100 ਕਿਲੋਮੀਟਰ ਜਾਣਾ ਪੈਂਦਾ ਸੀ। ਬਿਲਕੁਲ ਜੀ, ਮਹਿੰਗਾ ਬੜਾ ਸੀ। ਇੱਕ ਡਾਇਲਿਸਿਸ ਕਰਾਉਣਾ ਤੁਹਾਡਾ ਰੁਪਇਆ ਬੜੇ ਆਰਾਮ ਨਾਲ 3,500-4,000 ਰੁਪਏ ਖਰਚਾ ਇੱਕ ਤੇ ਹੁੰਦਾ ਸੀ ਤੇ 10 ਡਾਇਲਿਸਿਸ ਕਰਾਉਣੇ ਪੈਂਦੇ ਨੇ ਬੰਦੇ ਨੂੰ ਮਹੀਨੇ 'ਚ। ਸੋ ਇੱਕ ਮਹੀਨੇ 'ਚ 40-50 ਹਜ਼ਾਰ ਦਾ ਖਰਚਾ ਜੀ ਜੀ ਉਹ ਕਰਨਾ ਪੈਂਦਾ ਸੀ ਔਰ ਦੂਰ ਜਾਣਾ ਪੈਂਦਾ ਸੀ। ਉਦੋਂ ਮੈਂ ਕਿਹਾ ਸੀ, ਮੈਂ ਕਿਹਾ ਨਹੀਂ, ਹਰ 25-30 ਕਿਲੋਮੀਟਰ ਤੇ ਸਾਡੇ ਯੂਨਿਟ ਲੱਗਣਗੇ। ਉਹ ਲੱਗ ਗਏ ਪੰਜਾਬ ਸਾਰੇ। ਵਾਹ ਜੀ, ਆ ਸਾਰੇ ਪੰਜਾਬ 'ਚ ਅਸੀਂ ਕਹਿ ਸਕਦੇ, ਪੰਜਾਬ ਵਿੱਚ, ਹਰਿਆਣੇ ਵਿੱਚ, ਹਿਮਾਚਲ ਦੇ ਵਿੱਚ, ਰਾਜਸਥਾਨ ਦੇ ਵਿੱਚ, ਇੱਥੇ ਸਾਡੇ ਡਾਇਲਿਸਿਸ ਯੂਨਿਟ ਲੱਗ ਚੁੱਕੇ ਨੇ। ਸਾਡੇ 242 ਦੇ ਕਰੀਬ ਅਸੀਂ ਯੂਨਿਟ ਹੁਣ ਤੱਕ ਲਗਾ ਚੁੱਕੇ ਹਾਂ ਤੇ ਪੰਜਾਬ 'ਚ ਸਭ ਤੋਂ ਜ਼ਿਆਦਾ ਯੂਨਿਟ ਲੱਗੇ ਨੇ। ਔਰ ਰੇਟ ਵੀ ਕਿਤੇ 350, ਕਿਤੇ 450, ਕਿਤੇ 550, ਆਹੀ ਰੇਟ ਹੈ, ਕੋਈ ਹਜ਼ਾਰਾਂ ਰੇਟ ਨਹੀਂ ਹੈ। ਸੋ 3-4 ਹਜ਼ਾਰ ਦੇ ਵਿੱਚ ਡਾਇਲਿਸਿਸ ਜਿਹੜਾ ਹੋ ਜਾਂਦਾ ਹੈ। ਹੈਲਥ ਦੇ ਖੇਤਰ ਦੇ ਵਿੱਚ ਜਿਹੜੇ ਵੱਡੀਆਂ ਸੇਵਾਵਾਂ ਕਰ ਰਹੇ ਨੇ, ਖਾਸ ਤੌਰ ਤੇ ਡਾਇਲਿਸਿਸ ਸੈਂਟਰ ਜੋ ਇਹਨਾਂ ਨੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਵਿੱਚ ਖੋਲ੍ਹੇ ਹਨ। ਡਾਕਟਰ ਸਾਹਿਬ, ਉਸੇ ਗੱਲ ਨੂੰ ਅਸੀਂ ਅੱਗੇ ਕੰਟੀਨਿਊ ਕਰਦੇ ਹਾਂ ਕਿ ਤੁਸੀਂ ਦੱਸਿਆ ਕਿ 242 ਯੂਨਿਟ ਜਿਹੜੇ ਹੁਣ ਤੱਕ ਡਾਇਲਿਸਿਸ ਸੈਂਟਰਸ ਜਿਹੜੇ ਉਹ ਪੰਜਾਬ ਭਰ ਤੇ ਇਹਨਾਂ ਸਟੇਟਾਂ ਦੇ ਵਿੱਚ ਤੁਸੀਂ ਖੋਲ੍ਹ ਚੁੱਕੇ ਹੋ। ਜੀ ਹਰਪ੍ਰੀਤ ਜੀ, ਪਹਿਲਾਂ ਹੀ ਰੇਟ ਬੜੇ ਘੱਟ ਰੱਖੇ ਆਪਾਂ ਸਾਰੇ ਇਹ ਜੀ, ਲੇਕਿਨ ਫਿਰ ਵੀ ਨਾ ਇੱਕ ਹੋਰ ਜਿਹੜਾ ਖਰਚਾ ਇਹਨਾਂ ਦੇ ਪੈਂਦਾ ਸੀ ਕਿ ਜਿਹੜੀ ਡਾਇਲਾਈਜ਼ਰ ਕਿੱਟ ਹੈਗੀ ਹੈ ਉਹ ਪੇਸ਼ੈਂਟ ਨੂੰ ਲਿਆਉਣੀ ਪੈਂਦੀ ਸੀ, ਜਿਹੜੀ ਕਿ 1300-1400 ਰੁਪਏ ਦੀ ਆਉਂਦੀ ਹੈ ਔਰ 3 ਵਾਰੀ ਡਾਇਲਿਸਿਸ ਹੁੰਦਾ ਉਹਦੇ ਨਾਲ। ਸੋ 500 ਰੁਪਏ ਦਾ ਖਰਚਾ ਐਕਸਟਰਾ ਸੀਗਾ ਜੀ। ਉਹ ਫਿਰ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਸਮਰਪਿਤ ਜਿਹੜੇ ਸੀ ਨਾ ਜੀ, ਉਦੋਂ ਮੈਂ ਅਨਾਉਂਸ ਕੀਤਾ ਸੀ ਆਪਾਂ ਟਰਸਟ ਵੱਲੋਂ ਕਿ ਅਸੀਂ 1 ਲੱਖ ਜਿਹੜੀ ਕਿੱਟ ਹੈ ਇਹ ਅਸੀਂ ਇੰਪੋਰਟ ਕਰਕੇ ਇਹ ਅਸੀਂ ਫ੍ਰੀ ਡਿਸਟਰੀਬਿਊਟ ਕਰਾਂਗੇ। ਕੀ ਬਾਤ ਹੈ। ਉਹ 1 ਲੱਖ ਸਾਡੀ ਡਿਸਟਰੀਬਿਊਟ ਹੋ ਗਈ। ਫਿਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ 400 ਸਾਲ ਗੁਰਪੁਰਬ ਦੇ ਹਾਂਜੀ ਹਾਂਜੀ ਉੱਥੇ 1 ਲੱਖ ਜਿਹੜੀ ਕਿੱਟ ਮੈਂ ਹੋਰ ਆਰਡਰ ਕਰਤੀ। ਸੋ ਉਹ ਕਿੱਟ ਦਾ ਇਹ ਮੈਂ ਦੱਸਣੀ ਚਾਹੁੰਦਾ ਕਿ ਹੁਣ ਮੈਨੂੰ ਸਾਰੇ ਸੁਣ ਰਹੇ ਨੇ ਇਸ ਲਈ ਵੀ, ਕੋਈ ਵੀ ਬੰਦਾ ਜਿਹੜਾ ਡਾਇਲਿਸਿਸ ਕਰਾ ਰਿਹਾ, ਅਗਰ ਉਹਨੂੰ ਡਾਇਲਾਈਜ਼ਰ ਕਿੱਟ ਉਹ ਨਹੀਂ ਲੈ ਸਕਦਾ, ਉਹਨੂੰ ਡਾਇਲਾਈਜ਼ਰ ਕਿੱਟ ਚਾਹੀਦੀ ਹੈ, ਚਾਹੇ ਪ੍ਰਾਈਵੇਟ ਕਰਾ ਰਿਹਾ ਚਾਹੇ ਜਿੱਥੇ ਵੀ ਕਰਾ ਰਿਹਾ, ਸਾਡੇ ਆਫਿਸ ਆ ਜਾਣ। ਪੰਜਾਬ 'ਚ ਸਾਡੇ ਸਾਰੇ ਆਫਿਸ ਜਿੱਥੇ ਮਰਜ਼ੀ ਚੱਲ ਜਾਣ, ਸਿਰਫ ਆਪਣਾ ਜਾ ਕੇ ਉਹਨਾਂ ਨੇ ਦੇਣਾ ਕਿ ਆਹ ਮੇਰੀ ਡਿਟੇਲ ਹੈ ਜੀ ਤੇ ਆਹ ਮੇਰਾ ਡਾਇਲਿਸਿਸ ਹੁੰਦਾ, ਉੱਥੋਂ ਡਾਇਲਾਈਜ਼ਰ ਕਿੱਟ ਉਹਨੂੰ ਬਿਲਕੁਲ ਫ੍ਰੀ ਮਿਲੇਗੀ। ਕੀ ਬਾਤ। ਸੋ ਇਹ ਬੜੀ ਵੱਡੀ ਜਿਹੜੀ ਰਾਹਤ ਹੈ ਜਿਹੜੀ ਦਿੱਤੀ ਗਈ ਹੈ ਕਿ ਕੋਈ ਵੀ ਪੇਸ਼ੈਂਟ ਆ ਜਾਏ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਜਿਹੜਾ ਇਹ ਕਹਿ ਦੇਗਾ ਕਿ ਮੈਂ ਕਿੱਟ ਨਹੀਂ ਲੈ ਸਕਦਾ, ਉਹ ਸਾਡੇ ਆਫਿਸ ਤੋਂ ਆ ਕੇ ਕਿੱਟ ਲੈ ਜਾਏ। ਸੋ ਇਹ ਜਿਹੜੀ ਸਾਡੀ 2 ਲੱਖ ਕਿੱਟ ਸਾਡੀਆਂ ਹੋ ਗਈਆਂ। ਇਸ ਤੋਂ ਬਾਅਦ ਇਹ ਜਿਹੜੀ ਸੇਵਾ ਹੈ ਇਹ ਕੰਟੀਨਿਊ ਜਾਰੀ ਰਹੇਗੀ ਕਿਉਂਕਿ ਅਸੀਂ ਇਹਨੂੰ ਬੰਦ ਨਹੀਂ ਕਰ ਸਕਦੇ ਹੁਣ, ਕਿ ਜਿਹਨੂੰ ਇਸ ਵਾਰ ਕਹਿਤਾ ਆਦਤ ਪਾਤੀ ਵੀ ਤੈਨੂੰ ਕਿੱਟ ਫ੍ਰੀ ਮਿਲਣੀ ਹੈ ਤੇ ਉਹਨੂੰ ਕਿੱਟ ਫ੍ਰੀ ਮਿਲਣੀ ਹੈ। ਕੀ ਬਾਤ। ਤੇ ਜਿਹੜੇ ਹੈਪੇਟਾਈਟਿਸ ਸੀ ਦੇ ਪੇਸ਼ੈਂਟ ਹੁੰਦੇ ਨੇ, ਉਹਨਾਂ ਦੀ ਜਿਹੜੀ ਕਿੱਟ ਹੈਗੀ ਉਹ 1 ਟਾਈਮ ਯੂਜ਼ ਹੁੰਦੀ ਹੈ। ਅੱਛਾ ਜੀ। ਤੇ ਉਹ ਜਿੰਨੀ ਵਾਰੀ ਕਿੱਟ ਯੂਜ਼ ਕਰਨਗੇ ਕਿੱਟ ਫਿਰ ਚੇਂਜ ਕਰਨੀ ਪੈਂਦੀ ਹੈ। ਦੂਸਰੇ ਪੇਸ਼ੈਂਟ ਜਿਹੜੇ ਉਹ 3 ਵਾਰੀ ਵੀ ਯੂਜ਼ ਹੋ ਜਾਂਦੀ ਹੈ। ਸੋ ਉਹਨਾਂ ਨੂੰ ਅਸੀਂ ਜਿੰਨੀਆਂ ਮਹੀਨੇ ਦੀਆਂ ਉਹਨਾਂ ਦੀਆਂ 4 ਕਿੱਟਾਂ ਲੱਗਣ, 5 ਲੱਗਣ, 6 ਲੱਗਣ, ਉਸ ਪੇਸ਼ੈਂਟ ਨੂੰ ਸਾਰੀਆਂ ਕਿੱਟਾਂ ਬਿਲਕੁਲ ਫ੍ਰੀ ਮਿਲਦੀਆਂ ਨੇ ਜੀ। ਆਪਾਂ ਕੋਵਿਡ ਦੀ ਗੱਲ ਕਰ ਰਹੇ ਸੀ, ਮੈਂ ਵਾਪਸ ਉੱਥੇ ਆ ਰਿਹਾ ਜਿੱਥੇ ਤੁਸੀਂ 4 ਜਹਾਜ਼ ਵੱਡੇ ਭਰ ਕੇ ਲਿਆਏ, ਫਿਰ ਉਸ ਤੋਂ ਬਾਅਦ ਚੋਂ ਹੈਲਥ ਕੋਵਿਡ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਲਈ ਨਹੀਂ ਸੀ ਬਾਹਰ ਨਿਕਲਦਾ। ਉਸ ਸਮੇਂ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬੜੇ ਵੱਡੇ ਪੱਧਰ ਤੇ ਐਂਬੂਲੈਂਸਿਸ ਲੈ ਕੇ ਆਇਆ, ਜਿਹੜੀਆਂ ਵੈਨਸ ਹੁੰਦੀਆਂ ਨੇ ਡੈਡ ਬਾਡੀਜ਼ ਲੈ ਕੇ ਆਉਣ ਜਾਣ ਲਈ, ਉਹ ਲੈ ਕੇ ਆਇਆ। ਰਾਸ਼ਨ ਦੇ ਤੁਸੀਂ ਦਰਬਾਰ ਖੋਲ੍ਹ ਤੇ ਵੀ ਜਿਹਨੂੰ ਜੋ ਮਦਦ ਚਾਹੀਦੀ ਆ ਕੇ ਲੈ ਲਓ। ਮੈਂ ਮਾਫੀ ਚਾਹਾਂਗਾ, ਮੈਂ ਤੁਹਾਨੂੰ ਵਿੱਚ ਟੋਕਦੇ ਹੋਏ ਇਹਨਾਂ ਗੱਲਾਂ ਵੱਲ ਵਾਪਸ ਲੈ ਕੇ ਆ ਰਿਹਾ ਜੀ ਜੀ ਕਿ ਵੀ ਇਹ ਜਿਹੜੀਆਂ ਸੇਵਾਵਾਂ ਤੁਸੀਂ ਹੋਰ ਵੱਡੇ ਲੈਵਲ ਤੇ ਕੀਤੀਆਂ ਤੇ ਅਜੇ ਕੋਵਿਡ ਦਾ ਦੌਰ ਅਜੇ ਵੀ ਚੱਲਦਾ ਪਿਆ ਤੇ ਇਹ ਸੇਵਾਵਾਂ ਵੀ ਚੱਲ ਰਹੀਆਂ ਨੇ ਕਿਉਂਕਿ ਇਹਨਾਂ ਲਈ ਵੱਡੇ ਬਜਟ ਦੀ ਲੋੜ ਸੀ। ਡਾਇਲਿਸਿਸ ਦੇ ਜਿਹੜੇ ਪ੍ਰੋਗਰਾਮ ਨੇ, ਹਰ ਥਾਂ ਤੁਸੀਂ ਡਾਇਲਿਸਿਸ ਸੈਂਟਰ ਖੋਲ੍ਹਤੇ ਤੇ ਮੈਂ ਰੋਜ਼ ਖਬਰਾਂ 'ਚ ਪੜ੍ਹਦਾ, ਨਿਤ ਨਵੇਂ ਸ਼ਹਿਰ ਦੇ ਵਿੱਚ ਲੈਬੋਰਟਰੀਜ਼ ਖੁੱਲ੍ਹ ਰਹੀਆਂ ਨੇ ਲੋਕਾਂ ਦੇ ਟੈਸਟ ਵਗੈਰਾ ਕਰਨ ਲਈ। ਇਹ ਕਾਈਂਡਲੀ ਜਿਹੜਾ ਇਹ ਅੱਗੇ ਦਾ ਕੀ ਪਲਾਨ ਹੈਗਾ ਤੁਹਾਡਾ? ਦੇਖੋ ਵੀ ਜਿੱਦਾਂ 22 ਮਾਰਚ ਨੂੰ ਲੋਕਡਾਊਨ ਲੱਗ ਗਿਆ ਸੀ, ਸਾਰੇ ਏਅਰਪੋਰਟ ਤੱਕ ਬੰਦ ਹੋ ਗਏ ਸੀ, ਸਾਡੀਆਂ ਜਿਹੜੀ ਸਪਲਾਈ ਸਾਰੀ ਅਸੀਂ ਪਹਿਲਾਂ ਹੀ ਆਰਡਰ ਸਾਰੇ ਦੇ ਦਿੱਤੇ ਸੀਗੇ, ਪਤਾ ਸੀ ਕਿ ਅੱਗੇ ਕੀ ਕੁਝ ਹੋਣ ਵਾਲਾ ਜੀ। ਸੋ 1 ਅਪ੍ਰੈਲ ਤੋਂ ਅਸੀਂ ਪਹਿਲੀ ਵੇਵ ਨੂੰ ਕਵਰ ਕੀਤਾ। ਰਾਸ਼ਨ ਦੀ ਗੱਲ ਕਰੀਏ ਤਾਂ ਸਾਡੀ 30 ਕਿਲੋ ਦੀ ਕਿੱਟ ਹੁੰਦੀ ਸੀ ਰਾਸ਼ਨ ਦੀ, ਤੇ 65,000 ਫੈਮਲੀਆਂ ਨੂੰ ਅਸੀਂ ਕਵਰ ਕੀਤਾ 6 ਮਹੀਨੇ ਤੱਕ।
ਉਹ ਸਾਰਾ ਰਾਸ਼ਨ ਘਰੋਂ ਘਰੀ ਪਹੁੰਚਾਇਆ। ਇੱਥੇ ਮੈਂ ਆਪਣੀ ਸਾਰੀ ਟੀਮ ਦਾ ਮੈਂ ਥੈਂਕਸ ਕਰਦਾ ਕਿ ਜਿਸ ਤਰ੍ਹਾਂ ਡਾਕਟਰ ਘਰਾਂ 'ਚ ਨਹੀਂ ਬੈਠੇ ਜੀ, ਇਸੇ ਤਰ੍ਹਾਂ ਸਾਡੇ ਸਰਬਤ ਦੇ ਭਲੇ ਦੀਆਂ ਸਾਰੀਆਂ ਟੀਮਾਂ ਜਿਹੜੀਆਂ ਸਾਰੇ ਲੋਕ ਨੇ, ਕੋਈ ਵੀ ਘਰਾਂ 'ਚ ਨਹੀਂ ਬੈਠਿਆ। ਹਰ ਬੰਦਾ, ਸਾਡੇ ਕੋਲ ਲਿਸਟਾਂ ਸੀਗੀਆਂ ਐਜੂਕੇਸ਼ਨ ਦੇ, ਲੋਕ ਸਾਰੇ ਗਰੀਬ ਨੇ, ਪਿੰਡਾਂ ਦੇ ਨੇ, ਜਿਹੜੇ ਕਿ ਫੀਸ ਨਹੀਂ ਦੇ ਸਕਦੇ, ਉਹ ਖਾਣਾ ਕਿੱਥੋਂ ਖਾਣਗੇ, ਕੰਮ ਬੰਦ ਹੋ ਚੁੱਕੇ ਸਾਰਿਆਂ ਦੇ, ਉਹ ਸਾਡੇ ਕੋਲ ਸਾਰੇ ਨੰਬਰ ਸੀਗੇ। ਪੈਨਸ਼ਨ ਜਿਹਨੂੰ ਲੱਗੇ ਹੋਏ ਉਹਨਾਂ ਦੇ ਸਾਰੇ ਸਾਡੇ ਕੋਲ ਨੰਬਰ ਸੀਗੇ। ਸਾਡੇ ਹਰ ਮੈਂਬਰ ਨੇ ਸਵੇਰੇ 7-8 ਕਿੱਟਾਂ ਆਪਣੀ ਗੱਡੀ 'ਚ ਰੱਖ ਲੈਂਦਾ ਸੀ ਇਕੱਲਾ ਹੀ, ਉਹਨੂੰ ਫੋਨ ਕਰਕੇ ਉਹਦੇ ਘਰ ਜਾ ਕੇ ਬਾਹਰ ਕਿੱਟ ਰੱਖ ਦੇਣੀ ਤੇ ਫੋਨ ਕਰਨਾ ਜਾਂ ਬੈਲ ਮਾਰਨੀ ਵੀ ਆਪਣੀ ਕਿੱਟ ਚੁੱਕ ਕੇ ਲੈ ਜਾਓ। ਸੋ ਇਸ ਤਰੀਕੇ ਨਾਲ ਅਸੀਂ ਰਾਸ਼ਨ ਵੰਡਿਆ ਗਿਆ। ਫਿਰ ਬਾਕੀ ਜਿਹੜੀਆਂ ਤੁਸੀਂ ਦੇਖਿਆ ਸਾਰੇ ਮੈਡੀਕਲ ਕਾਲਜ, ਸਾਰੇ ਸਿਵਲ ਹਸਪੀਟਲ, ਸਾਰੇ ਪੁਲਿਸ ਪ੍ਰਸ਼ਾਸਨ ਸਾਰਾ, ਈਵਨ ਬਾਰਡਰ ਦੇ BSF ਵਗੈਰਾ ਸਾਰੇ ਅਸੀਂ ਕਵਰ ਕੀਤੇ। ਪਹਿਲੀ ਵੇਵ 'ਚ ਸਿਰਫ ਸੀਗੀਆਂ ਜੀ ਤੁਹਾਡੀਆਂ ਕਿੱਟਾਂ ਹੋ ਗਈਆਂ, PP ਕਿੱਟ ਹੋ ਗਈ, N95 ਮਾਸਕ ਹੋ ਗਏ, ਸੈਨੀਟਾਈਜ਼ਰਸ ਹੋ ਗਏ, ਇਨਫਰਾਰੈਡ ਥਰਮਾਮੀਟਰ ਹੋ ਗਏ, ਇਹ ਚੀਜ਼ਾਂ ਸਾਰੀਆਂ ਗਈਆਂ। ਦੂਸਰੀ ਦੇ ਵਿੱਚ ਫਿਰ ਸਾਡੇ ਸੀਗੇ ਜੀ ਆਕਸੀਜਨ ਕੰਸਨਟਰੇਟਰ ਹੋ ਗਏ, ਤੁਹਾਡੇ ਵੈਂਟੀਲੇਟਰਸ ਹੋ ਗਏ, ਇਹ ਵੀ ਸਾਰੇ ਸਪਲਾਈ ਕੀਤੇ। ਤੀਸਰੀ ਵੇਵ ਬਹੁਤ ਖਤਰਨਾਕ ਆਈ ਸੀ ਜਿਸ 'ਚ ਆਕਸੀਜਨ ਮੁੱਕ ਗਈ ਸੀ ਜੀ। ਤਾਂ ਇਸ ਤੋਂ ਪਹਿਲਾਂ ਸਾਡੀਆਂ ਫਿਰ ਮੋਰਚਰੀ ਵੈਨਾਂ, ਐਂਬੂਲੈਂਸਿਸ, ਈਵਨ ਅਸੀਂ ਮੋਰਚਰੀ ਬਾਕਸਿਸ ਬਣਾਏ ਜਿਹੜੇ, ਉਹ ਅਸੀਂ 4-4, 5-5, 6-6 ਜਿਹੜੇ ਬਾਕਸਿਸ ਹੈਗੇ ਨੇ, ਉਹ ਹਰ ਪਿੰਡ ਦੇ ਵਿੱਚ, ਮਤਲਬ ਹਰ ਡਿਸਟ੍ਰਿਕਟ 'ਚ ਆਪਣੇ ਸਾਡੇ ਆਫਿਸ ਨੇ, ਸਾਰਿਆਂ ਨੂੰ ਅਸੀਂ ਸਪਲਾਈ ਕਰਤੇ ਕਿ ਜਿੱਥੇ ਲੋੜ ਪੈਂਦੀ ਪਿੰਡ 'ਚ ਇੱਕ ਬਾਕਸ ਪਿਆ ਹੋਵੇ, ਤਾਂ ਜੋ ਡੈੱਡ ਬੋਡੀ ਆਏ। ਉਹ ਸਿੰਪਲ ਹੈ, ਪਲੱਗ ਲਾਓ ਘਰ ਦੇ ਵਿੱਚ, ਤੁਸੀਂ ਡੈੱਡ ਬੋਡੀ ਜਿੰਨੇ ਦਿਨ ਮਰਜ਼ੀ ਰੱਖ ਸਕਦੇ ਹੋ ਉੱਥੇ। ਸੋ ਇਹ ਜਿਹੜੀ ਸੇਵਾ ਇਹ ਵੀ ਸ਼ੁਰੂ ਕੀਤੀ ਹੈ, ਸਾਰਾ ਦੇ ਚੁੱਕੇ ਹਾਂ ਸਾਰਾ ਆਲਰੇਡੀ। ਐਂਬੂਲੈਂਸਿਸ ਪਤਾ ਨਹੀਂ ਕਿੰਨੀਆਂ ਚੱਲ ਰਹੀਆਂ ਨੇ, ਮੋਰਚਰੀ ਵੈਨਾਂ ਚੱਲ ਰਹੀਆਂ ਨੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਮੈਨੇਜਮੈਂਟ ਕਿਵੇਂ ਹੁੰਦੀ? ਇੰਨੇ ਵੱਡੇ ਲੈਵਲ ਤੇ ਤੁਹਾਡਾ ਕੰਮ ਕਰ ਰਿਹਾ, ਟੀਮਾਂ ਤੁਹਾਡੀਆਂ ਹੈਗੀਆਂ ਨੇ, ਵਲੰਟੀਅਰਸ ਕੰਮ ਕਰ ਰਹੇ ਨੇ, ਪਰ ਤਾਂ ਵੀ ਮੈਨੇਜਮੈਂਟ ਬਹੁਤ ਈਜ਼ੀ ਹੈ, ਸਾਰਾ ਬਹੁਤ ਈਜ਼ੀ ਹੈ ਮੈਨੇਜ ਕਰਨਾ। ਸਾਰਾ ਇੰਨਾ ਸਮਾਨ ਜਿਹੜਾ ਲੋਕਾਂ ਨੂੰ ਦਿੱਤਾ ਜਾਂ ਪੰਚਾਇਤਾਂ ਨੂੰ ਦਿੱਤਾ ਜਾਂ ਹਸਪੀਟਲਸ ਨੂੰ ਦਿੱਤਾ, ਉਹਨਾਂ ਦੀ ਮੇਨਟੇਨੈਂਸ ਵੀ ਤਾਂ ਚਾਹੀਦੀ ਹੈ ਨਾ ਜੀ। ਨਹੀਂ, ਸਭ ਕੁਝ ਚੱਲ ਰਿਹਾ। ਦੇਖੋ ਸਾਡਾ ਸਿਸਟਮ ਹੀ ਇੰਨਾ ਸ਼ਾਨਦਾਰ ਬਣਾਇਆ ਹੋਇਆ ਮੈਂ, ਕਿਉਂਕਿ ਮੈਂ ਖੁਦ ਟੈਕਨੀਕਲ ਬੰਦਾ, ਮੈਨੂੰ ਪਤਾ ਕਿ ਕੰਪਨੀ ਕਿਸ ਤਰ੍ਹਾਂ ਚਲਾਉਣੀ ਹੈ ਤੇ ਟਰਸਟ ਕਿਸ ਤਰ੍ਹਾਂ ਚਲਾਉਣਾ ਹੈ। ਸੋ ਹਰ ਡਿਸਟ੍ਰਿਕਟ ਸਾਡੀ ਟੀਮਾਂ ਨੇ, ਹਰ ਡਿਸਟ੍ਰਿਕਟ ਸਾਡੇ 30-30, 35, 40 ਸਾਡੇ ਮੈਂਬਰ ਹੈਗੇ ਨੇ ਜੀ। ਉਹ ਆਪਣਾ ਆਪੇ ਦੇਖਦੇ ਨੇ, ਆਪਣਾ ਡਿਸਟ੍ਰਿਕਟ ਆਪ ਦੇਖ ਰਹੇ ਨੇ, ਔਰ ਉਹਨਾਂ ਨੂੰ ਮੈਂ ਪੂਰੀਆਂ ਪਾਵਰ ਦਿੱਤੀਆਂ ਹੋਈਆਂ ਨੇ। ਉਹਨਾਂ ਦੇ ਬੈਂਕ ਅਕਾਊਂਟ ਨੇ, ਚੈੱਕ ਵੀ ਉਹਨਾਂ ਨੇ ਕੱਟਣੇ ਆ। ਸਿਰਫ ਅਸੀਂ ਤਾਂ ਹਰ ਮਹੀਨੇ ਜਿਹੜਾ ਉਹਨਾਂ ਦੇ ਅਕਾਊਂਟ 'ਚ ਐਜ਼ ਪਰ ਰਿਕੁਆਇਰਮੈਂਟ ਅਸੀਂ ਪੈਸਾ ਪਾ ਦੇਣਾ, ਬਾਕੀ ਖਰਚਾ ਸਾਰਾ ਉਹਨਾਂ ਨੇ ਕਰਨਾ, ਪਿੰਡਾਂ ਸਾਰਾ ਉਹਨਾਂ ਨੇ ਦੇਖਣਾ। ਉਹ ਸਾਰਾ ਕੰਟਰੋਲ 'ਤੇ ਸਾਡੇ, ਜਿਹੜੀ ਵੀ ਚੀਜ਼ ਸਾਡੀ ਚੱਲ ਰਹੀ ਹੈ ਫੁੱਲੀ ਅੰਡਰ ਕੰਟਰੋਲ ਹੈਗੀ ਹੈ। ਸਾਡੇ ਟੀਮਾਂ ਇੰਨੀਆਂ ਅੱਛੀਆਂ ਬਣੀਆਂ, ਐਜੂਕੇਸ਼ਨ ਦੀ ਵੱਖਰੀ ਟੀਮ ਬਣੀ ਹੈ, ਹੈਲਥ ਦੀਆਂ 3-4 ਟੀਮਾਂ ਬਣੀਆਂ ਹੋਈਆਂ ਨੇ। ਸੋ ਸਭ ਟੀਮਾਂ ਜਿਹੜੀਆਂ ਕੰਮ ਕਰਦੀਆਂ ਨੇ, ਤੇ ਐਂਡ 'ਚ ਰਿਪੋਰਟ ਮੇਰੇ ਕੋਲ ਆਉਣੀ ਹੁੰਦੀ ਹੈ, ਤੇ ਮੇਰੇ ਤਾਂ ਕੋਈ ਟੈਨਸ਼ਨ ਹੁੰਦੀ ਨਹੀਂ ਜੀ ਆਪਣੇ ਦਰਦੀ ਸਾਹਿਬ। ਮੈਂ ਇੱਕ ਗੱਲ ਬੜੇ ਨੇੜੇ ਹੋ ਕੇ ਦੇਖੀ ਹੈ ਡਾਕਟਰ ਸਾਹਿਬ ਦੇ ਨਾਲ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ। ਮੈਂ ਕੁਝ ਸਮਾਂ ਨਾਲ ਬਿਤਾਇਆ। ਇੱਕ ਜਿਵੇਂ ਫੌਜੀ ਹੁੰਦਾ ਨਾ ਜੀ, ਡਿਊਟੀ ਤੇ ਲੱਗਾ ਵੀ ਉਹਨੇ ਇਸ ਵਕਤ ਡਿਊਟੀ ਤੇ ਜਾਣਾ ਹੈ ਤੇ ਇਸ ਵਕਤ ਇੰਨੀ ਡਿਊਟੀ ਕਰਨੀ ਹੈ, ਪਰ ਡਾਕਟਰ ਸਾਹਿਬ ਦੇ ਨਾਲ ਜਦੋਂ ਵੀ ਮੈਂ ਰਿਹਾ, ਇਹਨਾਂ ਨੇ ਇਸ ਨੂੰ ਐਜ਼ ਅ ਡਿਊਟੀ ਨਹੀਂ ਲਿਆ, ਐਜ਼ ਅ ਪੈਸ਼ਨ ਲਿਆ ਜੀ। ਜੋ ਮੇਰਾ ਪਰਸਨਲ ਐਕਸਪੀਰੀਅੰਸ ਡਾਕਟਰ ਸਾਹਿਬ ਦੇ ਨਾਲ ਰਿਹਾ, ਭਾਵੇਂ ਮੈਂ ਕਸ਼ਮੀਰ 'ਚ ਨਾਲ ਗਿਆ ਡਾਕਟਰ ਸਾਹਿਬ ਦੇ ਨਾਲ, ਭਾਵੇਂ ਹੋਰਨਾਂ ਥਾਵਾਂ 'ਤੇ ਗਿਆ, ਵੀ ਲੋਕੀ ਕਮਾਉਣ ਵਾਸਤੇ ਕੰਮ ਕਰਦੇ ਨੇ, ਸਵੇਰੇ ਟਾਈਮ ਸਿਰ ਜਾਂਦੇ ਨੇ ਜਾਂ ਮੀਟਿੰਗਾਂ 'ਤੇ ਜਾਂਦੇ ਨੇ। ਪਰ ਇੱਕ ਗੱਲ ਇੱਥੇ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਵੀ ਇਹ ਲੋਕਾਂ 'ਚ ਵੰਡਣ ਵਾਸਤੇ ਸਮੇਂ ਤੋਂ ਪਹਿਲੇ ਪਹੁੰਚੇ ਹੁੰਦੇ ਨੇ। ਜੇ 6 ਵਜੇ ਦਾ ਟਾਈਮ ਦਿੱਤਾ, ਮਜਾਲ ਹੈ ਵੀ 6 ਵਜੇ ਤੋਂ ਲੇਟ ਹੋ ਜਾਣ, 5 ਮਿੰਟ ਪਹਿਲੇ ਹੀ ਪਹੁੰਚੇ ਹੋਣਗੇ ਉੱਥੇ ਵੰਡਣ ਵਾਸਤੇ। ਤੇ ਸਵੇਰੇ 5:30, 6 ਵਜੇ ਘਰੋਂ ਇਹਨਾਂ ਨੇ ਨਿਕਲ ਜਾਣਾ ਤੇ ਸ਼ਾਮ ਤੱਕ ਵੰਡਦੇ ਹੋਏ ਕਰਦੇ ਹੋਏ ਰਾਤੀ ਘਰ ਵੜਨਾ, ਤੇ ਸਾਰਾ ਦਿਨ ਵੰਡੀ ਜਾਣਾ, ਵੰਡੀ ਜਾਣਾ, ਵੰਡੀ ਜਾਣਾ। ਤੇ ਮੈਂ ਕਈ ਵਾਰ ਸੋਚਦਾ ਵੀ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੇ ਕਿਤਨੀ ਤੁਹਾਡੇ ਤੇ ਬਖਸ਼ਿਸ਼ ਕੀਤੀ ਹੈ। ਤੇ ਇਹ ਗੱਲ ਮਸ਼ਹੂਰ ਵੀ ਹੈ ਸੰਸਾਰ ਭਰ ਦੇ ਵਿੱਚ। ਜੇ ਇੱਕ ਮਿਸਾਲ ਮਿਲਦੀ ਹੈ ਕਿ ਵੀ ਸਿੱਖ ਨੂੰ ਹੁਕਮ ਹੈ ਦਸਵੰਧ ਕੱਢਣ ਦਾ, ਤੇ ਡਾਕਟਰ ਸਾਹਿਬ ਜਿਹੜਾ ਦਸਵੰਧ 10% ਦਾ ਨਹੀਂ ਹੈਗਾ, 90% ਤੋਂ ਉੱਤੇ ਦੀ ਜਿਹੜੀ ਇਹਨਾਂ ਦੀ ਕਮਾਈ ਹੈ ਉਹ ਦਸਵੰਧ ਦੇ ਤੌਰ ਤੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਜੋ ਇਹਨਾਂ ਨੂੰ ਕਮਾਈ ਹੁੰਦੀ ਹੈ, ਜੋ ਇਹਨਾਂ ਦਾ ਕਾਰੋਬਾਰ ਹੈ ਉਹ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਇਹ ਲਗਾਉਂਦੇ ਨੇ। ਤੇ ਮੈਂ ਪ੍ਰਤੱਖਦਰਸ਼ੀ ਵੀ ਹਾਂ, ਤੇ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਮਨ ਖੁਸ਼ ਵੀ ਹੁੰਦਾ ਹੈ ਕਿ ਇੱਕ ਦਸਤਾਰਧਾਰੀ ਸੰਪੂਰਨ ਸਰੂਪ ਵਾਲਾ ਇੱਕ ਗੁਰਸਿੱਖ ਬੰਦਾ ਜਿੱਥੇ ਕਿੱਥੇ ਵੀ ਜਾ ਰਿਹਾ, ਗੁਰੂ ਨਾਨਕ ਸਾਹਿਬ ਜਿੱਥੇ ਭਲੇ ਦੇ ਕੰਮ ਕਰ ਰਿਹਾ, ਸਰਬਤ ਦੇ ਭਲੇ ਦੇ ਕੰਮ ਕਰ ਰਿਹਾ, ਉੱਥੇ ਗੁਰੂ ਨਾਨਕ ਸਾਹਿਬ ਦਾ ਮੈਸੇਜ ਵੀ ਦੇ ਰਿਹਾ, ਇੱਕ ਆਈਡੈਂਟੀਟੀ ਨੂੰ ਵੀ ਨਾਲ ਜਿਹੜਾ ਨਾਲ ਲੈ ਕੇ ਜਾ ਰਿਹਾ। ਤੇ ਬਖਸ਼ਿਸ਼ ਤੇ ਰਹਿਮਤ ਜਿੱਥੇ ਇਹਨਾਂ ਨੂੰ ਪਰਮਾਤਮਾ ਦੀ ਮਿਲ ਰਹੀ, ਉੱਥੇ ਲੋਕਾਂ ਦੀਆਂ ਅਸੀਸਾਂ ਵੀ ਮਿਲ ਰਹੀਆਂ ਨੇ। ਤੇ ਹੈਲਥ ਦੇ ਵਿੱਚ ਤੁਸੀਂ ਬੜੇ ਵੱਡੇ ਜੋ ਕਾਰਜ ਹਨ ਉਹ ਚੱਲ ਰਹੇ ਹਨ,
ਉਹ ਹੋਰ ਵਿਸਥਾਰ ਨਾਲ ਮੈਂ ਚਾਹਾਂਗਾ ਉਹ ਦੱਸੋ। ਇਸ ਤੋਂ ਬਾਅਦ ਚੋਂ ਨਾਲ ਹੀ ਹੈਲਥ ਦੇ ਬਾਅਦ ਚੋਂ ਜਿਹੜਾ ਤੁਸੀਂ ਦੂਸਰਾ ਗੱਲ ਕੀਤੀ ਸੀ ਜੋ ਮੋਸਟ ਇੰਪੋਰਟੈਂਟ ਹੈਗੀ ਹੈ ਐਜੂਕੇਸ਼ਨ, ਜੀ ਹੈਲਥ ਐਂਡ ਐਜੂਕੇਸ਼ਨ, ਜੇ ਇਹ ਸਮਾਜ ਦੇ ਵਿੱਚ ਪ੍ਰੋਪਰ ਦਿੱਤੀ ਜਾ ਸਕੇ ਤੇ ਸਾਡੀਆਂ ਅੱਧੀਆਂ ਤੋਂ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਹੋ ਜਾਂਦੀਆਂ ਨੇ। ਤੇ ਉਸ ਬਾਰੇ ਉਹ ਗੱਲਬਾਤ ਜਿਹੜੀ ਅਸੀਂ ਡਾਇਲਿਸਿਸ ਸੈਂਟਰ ਦੀ ਗੱਲ ਸ਼ੁਰੂ ਕੀਤੀ, ਲੈਬੋਰਟਰੀਜ਼ ਦੀ ਗੱਲ ਕਰ ਰਹੇ ਹਾਂ, ਉਸ ਨੂੰ ਥੋੜਾ ਜਿਹਾ ਵਿਸਥਾਰ ਨਾਲ ਹੋਰ ਹਰਪ੍ਰੀਤ ਜੀ, ਜਿੱਥੇ ਆਪਾਂ ਸਾਡੀ ਲੋਕਡਾਊਨ ਦੀ ਕੋਵਿਡ-19 ਦੀ ਗੱਲ ਚੱਲਦੀ ਸੀ ਨਾ ਜੀ, ਜਿਸਲੇ ਤੀਸਰੀ ਵੇਵ ਆਈ ਨਾ ਜੀ, ਤੇ ਪਹਿਲੀਆਂ ਤਾਂ ਅਸੀਂ ਸੰਭਾਲ ਲਈਆਂ ਸਾਰੀਆਂ, ਤੀਸਰੀ ਜਿਹੜੀ ਸੀ ਉਹ ਬੜੀ ਖਤਰਨਾਕ ਸੀ। ਡੈਥ ਰੇਟ ਵੀ ਵਧਿਆ ਉਹਦੇ ਵਿੱਚ। ਜੀਵਨ ਦਿੱਲੀ ਤੁਸੀਂ ਦੇਖ ਲਿਆ ਹਾਲ ਕੀ ਹੋਇਆ। ਬਿਲਕੁਲ ਜੀ, ਆਕਸੀਜਨ ਮੁੱਕ ਗਈ ਸੀ, ਸ਼ਮਸ਼ਾਨ ਘਾਟ ਭਰੇ ਪਏ ਆ, ਬਿਲਕੁਲ ਉੱਥੇ ਵਾਰੀ ਨਹੀਂ ਆ ਰਹੀ। ਹਸਪੀਟਲਾਂ ਨੇ ਬਾਹਰ ਬੋਰਡ ਲਾਤੇ ਸੀ ਕਿ ਨਹੀਂ ਹੁਣ ਸਾਡੇ ਕੋਲ ਆਕਸੀਜਨ ਖਤਮ ਹੈ ਜੀ, ਅਸੀਂ ਪੇਸ਼ੈਂਟ ਨਹੀਂ ਲਵਾਂਗੇ। ਕਿਸੇ ਨੇ ਲਿਖਿਆ 1 ਘੰਟੇ ਦੀ ਆਕਸੀਜਨ ਰਹਿ ਗਈ ਹੈ, ਕਿਸੇ ਨੇ ਲਿਖਿਆ ਜੀ 2 ਘੰਟੇ ਦੀ ਰਹਿ ਗਈ ਹੈ। ਫਿਰ ਪੇਸ਼ੈਂਟ ਸਾਰੇ ਪੰਜਾਬ ਵੱਲ ਨੂੰ ਭੱਜੇ ਜੀ, ਤੇ ਪੰਜਾਬ ਨੇ ਤਾਂ ਜੀ ਆਇਆਂ ਕਹਿਣਾ ਹੀ ਕਹਿਣਾ ਸੀ, ਉਹ ਕਿ ਅਸੀਂ ਤਾਂ ਛੱਡ ਹੀ ਨਹੀਂ ਸਕਦੇ, ਕੋਈ ਵੀ ਪੇਸ਼ੈਂਟ ਸਾਡੇ ਕੋਲ ਆ ਗਿਆ। ਬਿਲਕੁਲ। ਤੇ ਸਾਰੇ ਹਸਪੀਟਲਾਂ ਨੇ, ਚਾਹੇ ਪ੍ਰਾਈਵੇਟ ਚਾਹੇ ਸਰਕਾਰੀ, ਸਭ ਨੇ ਦਰਵਾਜ਼ੇ ਖੋਲ੍ਹ ਦਿੱਤੇ ਸੀ। ਉਦੋਂ ਮੇਰੇ ਦਿਮਾਗ 'ਚ ਮੈਂ ਕਿਹਾ ਜਿਹੜੀ ਆਕਸੀਜਨ ਦੀ ਕਮੀ ਉੱਥੇ ਆਈ ਹੈ, ਪੰਜਾਬ 'ਚ ਵੀ ਆਕਸੀਜਨ ਦੀ ਕਮੀ ਤਾਂ ਆਏਗੀ ਫਿਰ। ਜੀ ਜੀ। ਇਸ ਚੀਜ਼ ਨੂੰ ਦੇਖਦਿਆਂ ਹੋਇਆ ਫਿਰ ਮੈਂ 5 ਪਲਾਂਟ ਲਾਏ ਇੱਥੇ ਆਕਸੀਜਨ ਦੇ, ਔਰ ਬੜੀ ਹੈਵੀ ਕਪੈਸਿਟੀ ਦੇ ਸਾਰੇ ਇੰਪੋਰਟਡ ਪਲਾਂਟ ਮੈਂ ਆਰਡਰ ਦੇ ਕੇ ਜੀ। 1 ਪਲਾਂਟ ਮੈਂ ਲਾਇਆ ਮੋਹਾਲੀ ਜੀ, 1 ਪਟਿਆਲਾ ਲੱਗਾ, 2 ਲਾਏ ਫਰੀਦਕੋਟ। ਇਹ ਹਸਪੀਟਲਸ ਦੇ ਨਾਲ ਹੀ ਲੱਗੇ ਜੀ? ਹਾਂਜੀ ਹਾਂਜੀ, ਬਿਲਕੁਲ ਫਰੀਦਕੋਟ ਲਾਏ। ਤੇ 1 ਜਿਹੜਾ ਲਾਇਆ ਮੈਂ 5ਵਾਂ ਪਲਾਂਟ ਜਿਹੜਾ ਉਹ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ। ਦੇਖੋ ਹਰਪ੍ਰੀਤ ਜੀ, ਇੱਥੇ ਕਿਸੇ ਕੇ ਪਲਾਂਟ ਲਾਉਣ ਨੂੰ ਮੈਂ ਆਪਣੇ ਪ੍ਰਾਈਵੇਟ ਲਾ ਲਵਾਂ, ਜੀ ਜੀ, ਆਪਣੀ ਜਗ੍ਹਾ 'ਚ ਲਾ ਸਕਦਾ, ਲੇਕਿਨ ਫਾਇਦਾ ਨਹੀਂ ਸੀ ਹੋਣਾ ਉਹਦਾ ਕੋਈ। ਜੀ ਜੀ। ਉੱਥੇ ਪੂਰੇ ਯੂਟਿਲਾਈਜ਼ ਨਹੀਂ ਸੀ ਹੋਣੇ। ਮੈਂ ਜਿੰਨੇ ਪਲਾਂਟ ਲਾਏ ਨੇ ਸਾਰੇ ਮੈਡੀਕਲ ਕਾਲਜਸ ਦੇ ਵਿੱਚ ਲਾਏ ਨੇ। ਵਾਹ ਜੀ। ਜਿਹੜੇ ਵੀ ਮੈਡੀਕਲ ਕਾਲਜ ਦੇਖੋਗੇ, ਕਿਤੇ 1100, ਕਿਤੇ 800, ਕਿਤੇ 600 ਦੇ ਬੈੱਡ ਦੇ ਹਸਪੀਟਲ ਹੈ ਜੀ। ਸੋ ਉਹ ਇਹ ਜਿਹੜੀ ਨਾ ਇਹ ਆਕਸੀਜਨ ਦੇ ਪਲਾਂਟ ਲਾਏ ਨੇ, ਇਹ ਸਿੱਧੀ ਜਿਹੜੀ ਸਪਲਾਈ ਇਹਦੀ ਪਲਾਂਟ ਤੋਂ ਲੈ ਕੇ ਬੈੱਡ ਨੂੰ ਹੈ। ਵਾਹ। ਤੇ ਉਹ ਪਲਾਂਟ ਕਦੀ ਬੰਦ ਹੋ ਹੀ ਨਹੀਂ ਸਕਦੇ। ਬਿਲਕੁਲ। ਨਾਲੇ ਦੇਖੋ ਜੀ, ਇਹ ਸਦਾ ਲਈ ਬਿਲਕੁਲ ਉਹਨਾਂ ਹੁਣ ਹਸਪੀਟਲਸ ਨੂੰ ਦੇ ਵੀ ਖਰਚੇ ਘਟ ਗਏ, ਬਿਲਕੁਲ ਘਟ ਗਏ ਜੀ। ਉਹਨਾਂ ਦੀ ਮੁਹਤਾਜੀ ਘਟ ਗਈ, ਬਾਹਰੋਂ ਆਕਸੀਜਨ ਮੰਗਾਉਣ ਦੀ, ਉਹ ਆਪਣੀ ਆਪ ਪ੍ਰੋਡਿਊਸ ਕਰ ਰਹੇ ਨੇ, ਆਪੇ ਪ੍ਰੋਡਿਊਸ ਕਰ ਰਹੇ ਨੇ। ਈਵਨ ਸਿਲੰਡਰ ਵੀ ਭਰ ਰਹੇ ਆ ਉਹ। ਅੱਛਾ ਜੀ। ਸਿਲੰਡਰ ਵੀ ਭਰ ਸਕਦੇ ਆ, ਸਾਰੇ ਪ੍ਰੋਵੀਜ਼ਨ ਰੱਖੀ ਉਹਦੇ ਵਿੱਚ। ਸੋ ਪਲਾਂਟ ਸਾਡਾ 1 ਪਲਾਂਟ ਜਿਹੜਾ ਸਾਡਾ ਹੈ ਉਹ 1000 ਲੀਟਰ ਆਕਸੀਜਨ 1 ਮਿੰਟ 'ਚ ਪੈਦਾ ਕਰਦਾ ਹੈ। ਸੋ 5 ਪਲਾਂਟ ਮੀਨਸ 5000 ਲੀਟਰ 1 ਮਿੰਟ 'ਚ ਹੋ ਗਈ। ਕੀ ਬਾਤ ਤੇ ਇਹ 76 ਲੱਖ ਬਣ ਜਾਂਦੀ ਹੈ ਜੀ, ਟੋਟਲ ਕੈਲਕੂਲੇਟ ਕਰੋ ਤਾਂ ਡੇਲੀ ਦੀ ਜੀ। ਸੋ 76 ਲੱਖ ਲੀਟਰ ਆਕਸੀਜਨ ਜਿਹੜੀ ਹੈ ਇਸ ਲਈ ਸਾਡੇ 5 ਪਲਾਂਟਾਂ ਦੇ ਨਾਲ ਅਸੀਂ ਸਰਪਲਸ, ਤੁਸੀਂ ਸਰਪਲਸ ਕਰਤਾ, ਪੰਜਾਬ ਨੂੰ ਹੀ ਸਰਪਲਸ ਕਰਤਾ। ਸਰਪਲਸ ਕਰਤਾ ਪੰਜਾਬ 'ਚ ਬਹੁਤ ਹੈ ਇਸ ਲਈ। ਔਰ ਇਸ ਤੋਂ ਬਾਅਦ ਲੋੜ ਪੈਂਦੀ, ਅੱਬਲ ਤਾਂ ਲੋੜ ਨਾ ਹੀ ਪਵੇ ਕਿਉਂਕਿ ਹੁਣ ਬੜਾ ਕੰਟਰੋਲ ਹੈ ਕੋਵਿਡ-19 ਦੇ ਉੱਤੇ। ਤੇ ਬਾਈ ਚਾਂਸ ਪਵੇ ਤੇ ਅਸੀਂ ਤਿਆਰ ਹਾਂ ਪੂਰੇ। ਸਾਡੇ ਨਾਲ ਆਕਸੀਜਨ ਦੀ ਕਮੀ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ। ਸਗੋਂ ਪੰਜਾਬ ਆਪਣੇ ਨਾਲ ਦੀਆਂ ਸਟੇਟਾਂ, ਚਾਹੇ ਰਾਜਸਥਾਨ ਹੈ, ਚਾਹੇ ਹਰਿਆਣਾ, ਚਾਹੇ ਹਿਮਾਚਲ, ਉੱਥੇ ਵੀ ਅਸੀਂ ਦੇਣ ਦੇ ਸਮਰਥ ਹੈਗੇ ਹਾਂ ਉੱਥੇ, ਕਿਉਂਕਿ ਸਾਰੇ ਪਲਾਂਟਾਂ 'ਚ ਪ੍ਰੋਵੀਜ਼ਨ ਰੱਖੀ, ਬੂਸਟਰ ਲਗਾਏ ਗਏ ਨੇ ਕਿ ਅਸੀਂ ਸਿਲੰਡਰ ਭਰ ਲਈਏ ਉੱਥੇ, ਸਿਲੰਡਰ ਭਰ ਕੇ ਦੇ ਸਕਦੇ ਹਾਂ। ਔਰ ਫੁੱਲੀ ਯੂਟਿਲਾਈਜ਼ ਹੋ ਰਹੇ ਨੇ ਪਲਾਂਟ ਮੇਰੇ ਜਿਹੜੇ। ਚਲੋ ਇਹ ਸਾਰਾ ਖਤਮ ਹੋ ਗਿਆ ਕੰਮ। ਇਸ ਤੋਂ ਬਾਅਦ ਜਿਹੜੀ ਅਸੀਂ ਗੱਲ ਕਰ ਰਹੇ ਸੀ ਡਾਇਲਿਸਿਸ ਦੀ ਹੋ ਗਈ, ਅੱਖਾਂ ਦੀ ਹੋ ਗਈ। ਜਿਹੜੀ ਸਭ ਤੋਂ ਜ਼ਿਆਦਾ ਲੁੱਟ ਮੱਚੀ ਹੋਈ ਸੀ ਉਹ ਸੀਗੀ ਜੀ ਟੈਸਟਾਂ ਦੀ। ਬਿਲਕੁਲ ਬਿਲਕੁਲ। ਜਦੋਂ ਸੁਣਦੇ ਸੀ ਆਪਾਂ ਜੀ ਇਹਨੂੰ ਜੀ ਕੈਂਸਰ ਲਾਸਟ ਸਟੇਜ ਤੇ ਹੈ, ਇਹਨੂੰ ਹਾਰਟ ਅਟੈਕ ਹੋ ਗਿਆ, ਕਿਡਨੀ ਫੇਲਰ ਹੋ ਗਈ, ਉਹ ਰੀਜ਼ਨ ਸੀ ਕਿ ਟੈਸਟ ਨਹੀਂ ਸੀ ਕਰਾਉਂਦੇ ਲੋਕ, ਟੈਸਟ ਮਹਿੰਗੇ ਬੜੇ ਸੀ ਜੀ। ਇਸ ਚੀਜ਼ ਨੂੰ ਆਪਾਂ ਚੁੱਕ ਕੇ ਮੈਂ ਕਿਹਾ ਨਹੀਂ ਅਸੀਂ ਲੈਬੋਰਟਰੀਜ਼ ਖੋਲੀਏ ਜੀ। ਸਭ ਤੋਂ ਪਹਿਲੀ ਲੈਬੋਰਟਰੀ ਪਟਿਆਲਾ ਖੋਲੀ ਗਈ, ਸੰਗਰੂਰ ਖੋਲੀ ਗਈ। ਉਸ ਤੋਂ ਬਾਅਦ ਕਰਦਿਆਂ ਫਿਰ ਅਸੀਂ ਇਹ ਵੀ ਸੇਮ ਜਿਹੜੇ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਗੁਰਪੁਰਬ ਨੂੰ ਮੈਂ ਟਰਸਟ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਮਰਪਿਤ 50 ਲੈਬੋਰਟਰੀਆਂ ਖੋਲਾਂਗੇ ਜੀ। 50 ਦਾ ਪਤਾ ਨਹੀਂ ਲੱਗਾ ਕਦੋਂ ਖੁੱਲ੍ਹ ਗਈਆਂ, ਏਰੀਆ ਫਿਰ ਰਹਿ ਗਿਆ। ਫਿਰ ਗੁਰੂ ਤੇਗ ਬਹਾਦਰ ਜੀ ਦੇ 400 ਸਾਲ ਤੇ ਉੱਤੇ ਫਿਰ ਅਸੀਂ ਕਿਹਾ ਵੀ 50 ਲੈਬੋਰਟਰੀਜ਼ ਹੋਰ। ਹੁਣ ਸਾਡੀਆਂ ਕੱਲ੍ਹ ਅਸੀਂ ਦਿੱਲੀ ਸੀ, ਦਿੱਲੀ ਕਰੋਲ ਬਾਗ ਦੇ ਵਿੱਚ ਸਾਡੀ 75 ਵਰ੍ਹੇਗੰਢ ਹੋ ਗਈ ਸਾਡੀ ਆਜ਼ਾਦ ਹੋਇਆਂ ਨੂੰ ਜੀ। ਤੇ 75ਵੀਂ ਜਿਹੜੀ ਸਾਡੀ ਲੈਬ ਸੀ ਉਹ ਦਿੱਲੀ 'ਚ ਖੋਲੀ ਕੱਲ੍ਹ ਅਸੀਂ। ਕੀ ਬਾਤ ਹੈ। ਤੇ 76ਵੀਂ ਫਿਰ ਅਸੀਂ ਇੱਧਰ ਜਮਨਾ ਨਗਰ ਦੇ ਨਾਲ ਇੱਥੇ ਗੁਰਦੁਆਰਾ ਥੜਾ ਸਾਹਿਬ ਨਵੇਂ ਪਾਤਸ਼ਾਹ ਜੀ ਦਾ। ਸੋ ਕੱਲ੍ਹ ਫਿਰ ਸ਼ਾਮੀ ਅਸੀਂ ਉੱਥੇ ਵੀ ਖੋਲ੍ਹ ਕੇ ਆਏ ਹਾਂ। ਉਧਰ ਸਰਸੇ ਖੁੱਲ੍ਹ ਚੁੱਕੀਆਂ। ਸੋ ਟੋਟਲ ਸਾਡੀਆਂ ਇਸ ਵੇਲੇ 76 ਲੈਬੋਰਟਰੀਆਂ ਖੁੱਲ੍ਹ ਚੁੱਕੀਆਂ ਨੇ ਆਲਰੇਡੀ। ਔਰ ਸਾਡਾ ਟੀਚਾ ਜਿਹੜਾ ਹੈ ਉਹ 31 ਦਸੰਬਰ ਤੱਕ ਅਸੀਂ 100 ਲੈਬੋਰਟਰੀ ਪੂਰੀ ਕਰਨੀ ਹੈ। ਔਰ ਇਹਦੇ 'ਚ ਇਕੱਲਾ ਪੰਜਾਬ ਨਹੀਂ ਹੈ, ਪੰਜਾਬ, ਹਰਿਆਣਾ, ਹਿਮਾਚਲ ਹੈ। ਇਹਨਾਂ ਲੈਬੋਰਟਰੀਆਂ ਦੇ ਵਿੱਚ ਹਰ ਤਰ੍ਹਾਂ ਦਾ ਟੈਸਟ ਹੈ। ਚੰਡੀਗੜ੍ਹ ਸਾਡੀ 34 ਸੈਕਟਰ ਗੁਰਦੁਆਰੇ 'ਚ ਖੁੱਲ੍ਹ ਚੁੱਕੀ ਹੋਈ ਹੈ ਜੀ। ਦਿੱਲੀ ਵੀ ਖੁੱਲ੍ਹ ਗਈ। ਇਹ ਤੋਂ ਇਲਾਵਾ ਸਾਡੀਆਂ 9 ਸਟੇਟਾਂ 'ਚ ਖੁੱਲ੍ਹ ਚੁੱਕੀਆਂ ਹੋਈਆਂ ਨੇ।
ਤੇ ਇਹ 'ਚ ਮੈਂ ਦੱਸਣਾ ਚਾਹਾਂਗਾ ਕਿ ਸਾਡੀਆਂ ਲੈਬੋਰਟਰੀ, ਪਟਿਆਲੇ ਦੀ ਲੈਬੋਰਟਰੀ ਸਾਡੀ ਬਹੁਤ ਅੱਛੀ ਜਾ ਰਹੀ ਹੈ। ਬਿਲਕੁਲ, ਪਟਿਆਲਾ ਦੇ ਤੇ ਲੈਬੋਰਟਰੀ ਮੈਨੂੰ ਬੜੇ ਲੋਕੀ ਆ ਕੇ ਦੱਸਦੇ ਨੇ ਵੀ ਉੱਥੇ ਤਾਂ ਲਾਈਨਾਂ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀਆਂ ਨੇ। 150 ਪੌਣੇ 200 ਪੇਸ਼ੈਂਟ ਡੇਲੀ ਦਾ ਹੈ ਪਟਿਆਲੇ ਦੇ ਵਿੱਚ ਜੀ। ਉੱਥੇ ਫਿਰ ਅਸੀਂ ਜਿਹੜੇ ਆਟੋਮੈਟਿਕ ਸਾਰੇ ਮਸ਼ੀਨਾਂ ਲਾਈਆਂ ਹੋਈਆਂ। ਪਿੱਛੇ ਖਬਰਾਂ ਆਈਆਂ ਸੀ, ਕਈਆਂ ਨੇ ਮੁਖਾਲਫਤ ਵੀ ਕੀਤੀ ਹੈ ਵੀ ਤੁਸੀਂ ਕਿਉਂ ਇੰਨੀਆਂ ਸਸਤੀਆਂ ਟੈਸਟ ਕਰੀ ਜਾ ਰਹੇ ਹੋ ਤੇ ਇੰਨਾ ਸਸਤਾ ਹੋ। ਹਰਪ੍ਰੀਤ, ਸਾਡੇ ਟੈਸਟ ਜਿਹੜੇ ਨਾ ਕੋਈ ਫ੍ਰੀ ਨੇ, ਕੁਝ 5 ਰੁਪਏ, 10 ਰੁਪਏ, 15 ਰੁਪਏ, 20 ਰੁਪਏ, 50 ਰੁਪਏ ਤੱਕ ਟੈਸਟ ਨੇ ਜਿਹੜੇ ਕਿ ਮਾਰਕੀਟ ਨਾਲੋਂ 10% ਤੇ ਹੈ। ਹੁਣ ਟੋਟਲ ਟੈਸਟ ਅਗਰ ਮਾਰਕੀਟ 3500 ਦੇ ਹੋ ਰਹੇ, 320 ਰੁਪਏ 'ਚ ਹੋ ਰਹੇ ਆ ਜੀ। ਔਰ ਸਾਡੀਆਂ ਆਧੁਨਿਕ ਬਿਲਕੁਲ ਮਸ਼ੀਨਾਂ ਹੈਗੀਆਂ ਨੇ, ਸਾਰੇ ਟੈਕਨੀਸ਼ੀਅਨ ਸਾਡੇ ਜਿਹੜੇ ਵੈਲ ਕੁਆਲੀਫਾਈਡ ਹੈ, ਅੱਛੀ ਸੈਲਰੀ ਪੇ ਕਰ ਰਹੇ ਹਾਂ ਅਸੀਂ ਉਹਨਾਂ ਨੂੰ। ਕਿਉਂਕਿ ਸਾਡਾ ਜਿਹਾ ਮਕਸਦ ਹੀ ਇੱਕ ਹੈ ਕਿ ਅਸੀਂ ਇਹ ਜਿਹੜੀ ਫੈਸਿਲਿਟੀ ਲਾਈ ਤਾਂ ਹੈ ਵੀ ਜਿਹੜਾ ਪੂਅਰ ਪੇਸ਼ੈਂਟ ਨਹੀਂ ਦੇ ਸਕਦਾ, ਜਿਹੜਾ ਬੰਦਾ 4000 ਨਹੀਂ ਦੇ ਸਕਦਾ ਲੇਕਿਨ ਉਹ 300 ਤਾਂ ਦੇ ਸਕਦਾ ਹੈ। ਮੈਨੂੰ ਤਾਂ ਇੱਥੋਂ ਤੱਕ ਖਬਰ ਮਿਲੀ ਹੈ ਜੀ, ਕਿਉਂਕਿ ਅਸੀਂ ਬੈਠੇ ਹੁੰਦੇ ਹਾਂ, ਖਬਰਾਂ ਦੇ ਵਿੱਚ ਵਿਚਰਦੇ ਹਾਂ, ਇਕੱਲੇ ਪੂਅਰ ਪੇਸ਼ੈਂਟ ਨੇ, ਚੰਗੇ ਚੰਗੇ ਘਰਾਂ ਦੇ ਬੰਦੇ ਉੱਥੇ ਜਾ ਕੇ ਟੈਸਟ ਕਰਾ ਰਹੇ ਹੋ। ਕਹਿੰਦੇ ਜੀ ਬਾਕੀ ਲੈਬੋਰਟਰੀਆਂ ਦੇ ਟੈਸਟਾਂ 'ਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ, ਸਰਬਤ ਦੇ ਭਲੇ ਚੈਰੀਟੇਬਲ ਟਰਸਟ ਦੀ ਲੈਬੋਰਟਰੀਆਂ 'ਤੇ ਸਾਨੂੰ ਵਿਸ਼ਵਾਸ ਹੈ। ਬਿਲਕੁਲ ਠੀਕ ਹੈ, ਕਿਉਂਕਿ ਇੱਥੇ ਕੋਈ ਕਿਸੇ ਦਾ ਕਮਿਸ਼ਨ ਨਹੀਂ ਹੈ, ਕੁਛ ਨਹੀਂ ਹੈ। ਇੱਥੇ ਤਾਂ ਜੋ ਰਿਪੋਰਟ ਆਣੀ ਹੈ ਜੈਨੂਅਨ ਰਿਪੋਰਟ ਹੈ ਔਰ ਜਿੰਨੇ ਟੈਸਟ ਲਿਖੇ ਗਏ ਨੇ ਜੀ ਉਹ ਸਾਰੇ ਟੈਸਟ ਹੋਣੇ ਆ ਉੱਥੇ। ਇਹ ਨਹੀਂ ਕਿ ਵਿੱਚੋਂ ਅਸੀਂ ਕੁਝ ਮਿਸ ਕਰ ਦਿਆਂਗੇ, ਕਿਉਂਕਿ ਸਾਨੂੰ ਕੋਈ ਲਾਲਚ ਹੈ ਨਹੀਂਗਾ ਜੀ। ਅਸੀਂ 1 ਰੁਪਿਆ ਕਿਸੇ ਲੈਬੋਰਟਰੀ ਤੋਂ ਲੈਣਾ ਨਹੀਂਗਾ। ਦੇਖੋ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਜਿਹੜਾ ਕੈਲਕੂਲੇਟ ਕਰ ਰਹੇ ਹਾਂ ਹਰਪ੍ਰੀਤ ਜੀ, ਕੱਲ੍ਹ ਤਰੀਕ ਤੱਕ ਸਾਡੇ ਕੋਲ 54000 ਪੇਸ਼ੈਂਟ ਹਰ ਮਹੀਨੇ ਇਸ ਲੈਬੋਰਟਰੀਆਂ ਦਾ ਫਾਇਦਾ ਉਠਾ ਰਹੇ ਨੇ। 54000 ਪੇਸ਼ੈਂਟ ਇੱਕ ਮਹੀਨੇ ਦਾ ਇਹ ਇੱਥੋਂ ਫਾਇਦਾ ਉਠਾ ਰਿਹਾ। ਤੇ ਜਦੋਂ 100 ਹੋ ਜਾਣਗੀਆਂ ਤੇ ਲੱਖ ਤੋਂ ਉੱਤੇ ਪੇਸ਼ੈਂਟ ਆਰਾਮ ਨਾਲ ਹੋ ਜਾਏਗਾ। ਲੇਕਿਨ ਮੈਨੂੰ ਜੋ ਨਜ਼ਰ ਆਉਂਦਾ ਕਿ ਜਿਸ ਤਰ੍ਹਾਂ ਅਸੀਂ ਬਾਕੀ ਸਟੇਟਾਂ 'ਚ ਪਹੁੰਚ ਗਏ ਹੁਣ ਤੇ ਇਹ 100 ਤੇ ਵੀ ਗੱਲ ਮੁੱਕਣੀ ਨਹੀਂ ਹੈ। ਇਹ ਸਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ। ਬਿਲਕੁਲ ਜੀ, ਬਿਲਕੁਲ। ਗੁਰਗੱਦੀ ਸ਼ਾਇਦ ਅਸੀਂ ਉੱਥੇ ਹੋਰ ਫਿਰ ਸਾਨੂੰ ਕਰਨੀਆਂ ਪੈਣ ਤੇ ਅਸੀਂ 50 ਲੈਬੋਰਟਰੀਆਂ ਹੋਰ ਉੱਥੇ ਅਨਾਉਂਸ ਕਰ ਦਈਏ ਜੀ। ਜੇ 100 ਨਾਲ ਗੱਲ ਨਹੀਂ ਬਣੀ ਤਾਂ 150 'ਚ ਗੱਲ ਬਣਾ ਦਿਆਂਗੇ। ਸੋ ਇਹ ਸਿਲਸਿਲਾ ਜਾਰੀ ਰਹਿਣਾ। ਸੋ ਚੱਲੀ ਜਾ ਰਿਹਾ ਸਾਰਾ ਜੀ। ਇਹ ਚੰਡੀਗੜ੍ਹ ਸਾਡੀ ਖੁੱਲ੍ਹ ਚੁੱਕੀਆਂ ਆਲਰੇਡੀ ਤੇ ਇਹਦੇ ਨਾਲ ਆਪਾਂ ਇੱਕ ਹੋਰ ਸ਼ੁਰੂ ਕੀਤਾ ਹੁਣ ਜਿਹੜਾ ਚੰਡੀਗੜ੍ਹ 34 ਸੈਕਟਰ ਤੋਂ ਵੀ ਸ਼ੁਰੂ ਕਰਤਾ, ਕਈ ਹੋਰ ਆ ਗਿਆ ਹਸਪੀਟਲਾਂ 'ਚ। ਇੱਥੇ ਨਾਲ ਨਾਲ ਅਸੀਂ ਡਿਜੀਟਲ ਐਕਸਰੇ ਦੇ ਰਹੇ ਹਾਂ। ਅੱਛਾ ਜੀ। ਤੇ ਫਿਜ਼ੀਓਥੈਰੇਪੀ ਸੈਂਟਰ ਦੇ ਰਹੇ ਹਾਂ ਤੇ ਡੈਂਟਲ ਕਲੀਨਿਕ। ਇਹ ਚੰਡੀਗੜ੍ਹ ਕੱਲ੍ਹ ਸਾਡੇ ਇਨੈਗੋਰੇਸ਼ਨ ਹੈ ਇਹਨਾਂ ਚੀਜ਼ਾਂ ਦੀ ਜੀ ਤੇ ਉਹ ਵੀ ਕੱਲ੍ਹ ਉੱਥੇ ਹੋ ਰਿਹਾ। ਇਹੀ ਅਸੀਂ ਕੋਸ਼ਿਸ਼ ਕੀਤੀ ਜਿੱਥੇ ਸਾਨੂੰ ਜਗ੍ਹਾ ਮਿਲਦੀ ਆ ਰਹੀ। ਇਹ ਨਿੱਕੇ ਨਿੱਕੇ ਸੈਂਟਰ ਨੇ, ਇਹ 'ਤੇ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ। ਸਿਰਫ ਇੱਕ ਡਾਕਟਰ ਰੱਖਣਾ, ਉਹ ਵੀ ਜ਼ਿਆਦਾ ਨਹੀਂ, 25-30 ਰੁਪਏ ਤੇ ਡਾਕਟਰ ਮਿਲ ਜਾਂਦੇ ਨੇ। ਲੇਕਿਨ ਪਬਲਿਕ ਨੂੰ ਬੜਾ ਫਾਇਦਾ ਹੈ। ਪਬਲਿਕ ਨੂੰ ਬਹੁਤ ਫਾਇਦਾ ਹੈ। ਹੁਣ ਡੈਂਟਲ ਦਾ ਅਸੀਂ ਕਰ ਰਹੇ ਹਾਂ, ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਹੈ। ਡਿਜੀਟਲ ਐਕਸਰੇ ਸਾਰੇ 50 ਰੁਪਏ 'ਚ ਹੈ। ਅਲਟਰਾਸਾਊਂਡ ਬਾਹਰ 1200, 1300, 1400 ਰੁਪਏ 'ਚ, ਸਾਡੇ 50 ਰੁਪਏ 'ਚ ਸਾਰਾ। ਵਾਹ ਜੀ ਵਾਹ। ਸੋ ਇਹ ਜਿਹੜੀ ਫੈਸਿਲਿਟੀ ਹੈ, ਕੋਈ ਅਸੀਂ ਇੱਥੋਂ ਕਮਾਉਣਾ ਕੁਛ ਨਹੀਂਗਾ। ਸਾਡਾ ਮੇਨ ਮਕਸਦ ਹੀ ਇਹ ਹੈ ਕਿ ਚਾਹੇ ਅਸੀਂ ਐਜੂਕੇਸ਼ਨ ਦੀ ਸ਼ੇਪ 'ਚ, ਚਾਹੇ ਅਸੀਂ ਮੈਡੀਕਲ ਦੀ ਸ਼ੇਪ 'ਚ ਕਿਸੇ ਨਾ ਕਿਸੇ ਜ਼ਰੂਰਤਮੰਦ ਦੇ ਨੂੰ ਦਈਏ ਆਪਾਂ। ਤੁਸੀਂ ਐਜੂਕੇਸ਼ਨ ਦੀ ਗੱਲ ਕਰੀ ਸੀ, ਐਜੂਕੇਸ਼ਨ ਸਾਡਾ ਤਕਰੀਬਨ 97-9800 ਬੱਚੇ ਅਸੀਂ ਆਲਰੇਡੀ ਅਡੋਪਟ ਕੀਤੇ ਹੋਏ ਆ। ਹਰ ਸਾਲ ਸਾਡਾ 1250 ਬੱਚਾ ਅਸੀਂ ਅਡੋਪਟ ਕਰਦੇ ਹਾਂ ਯੂਨੀਵਰਸਿਟੀਆਂ ਤੋਂ, ਕਾਲਜਸ ਤੋਂ। ਸੋ ਇਹ ਬੱਚੇ ਉਹ ਨੇ ਜਿਨ੍ਹਾਂ ਦੇ ਨੰਬਰ ਅੱਛੇ ਨੰਬਰ ਹੈ, ਜਿਨ੍ਹਾਂ ਦੇ ਤਾਂ 95-96% ਨੰਬਰ, ਉਹ ਤਾਂ ਅਸੀਂ ਫੁੱਲ ਫੀਸ ਦੇ ਦਿੰਦੇ ਹਾਂ ਉਹਨਾਂ ਨੂੰ ਜੀ। ਜੋ ਨੰਬਰ ਘਟਦੇ ਜਾਂਦੇ ਨੇ ਫਿਰ ਅਸੀਂ ਪਰਸੈਂਟੇਜ ਵੀ ਘਟਾ ਦਿੰਦੇ ਹਾਂ ਜੀ। ਤੇ 80 ਤੋਂ ਥੱਲੇ ਅਸੀਂ ਲੈਂਦੇ ਨਹੀਂ ਕਿ 80 ਤੋਂ ਉੱਪਰ ਜਿਹੜੇ ਪੇਸ਼ੈਂਟ ਆ ਉਹ ਜਿਹੜੇ ਵਿਦਿਆਰਥੀ ਨੇ ਅਸੀਂ ਉਹਨਾਂ ਨੂੰ ਕੰਸੀਡਰ ਕਰਦੇ ਹਾਂ। ਜੇ 60-65 ਵਾਲਿਆਂ ਕਰਾਂਗੇ ਤੇ ਫਿਰ ਤੇ ਬਹੁਤ ਵੱਧ ਜਾਣਾ ਕੰਮ ਤੇ ਉਹ ਮਿਸ ਹੋ ਜਾਣਗੇ ਜਿਹੜੇ ਕਿ ਇਹਦੇ ਹੱਕਦਾਰ ਹੈ। ਸੋ ਇਹ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਤੇ ਹਰ ਯੂਨੀਵਰਸਿਟੀ 'ਚੋਂ 100 ਬੱਚਾ ਅਸੀਂ ਲਿਆ ਹੋਇਆ। ਸੋ 1250 ਬੱਚਾ ਸਾਡਾ ਹਰ ਸਾਲ ਜਿਹੜਾ ਐਜੂਕੇਸ਼ਨ 'ਚ ਵੀ ਲੈ ਰਿਹਾ। ਡਾਕਟਰ ਸਾਹਿਬ ਗੱਲਾਂ ਬਹੁਤ ਨੇ, ਮੈਂ ਭਾਵੇਂ ਮੈਡੀਕਲ ਦੀ ਲਾਈਨ ਲਵਾਂ, ਭਾਵੇਂ ਐਜੂਕੇਸ਼ਨ ਦੀ ਲਾਈਨ ਲਵਾਂ, ਭਾਵੇਂ ਕਿੱਤਾ ਮੁਖੀ ਜਿਹੜੇ ਤੁਸੀਂ ਰੁਜ਼ਗਾਰ ਪੈਦਾ ਕਰ ਰਹੇ ਹੋ ਉਹਦੀ ਗੱਲ ਕਰਾਂ, ਪਰ ਇੱਕ ਤੇ ਜਾਂਦੇ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ, ਬਟ ਇੱਕ ਗੱਲ ਮੇਰੇ ਦਿਮਾਗ 'ਚ ਬਾਰ-ਬਾਰ ਆ ਰਹੀ ਸੀ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਲੈ ਕੇ ਆਏ ਦੁਬਈ ਤੋਂ, ਜਿਨ੍ਹਾਂ ਨੂੰ ਜੇਲ੍ਹਾਂ 'ਚੋਂ ਕਢਾਇਆ, ਜਿਹੜੀ ਲੇਡੀਜ਼ ਨੂੰ ਲੈ ਕੇ ਆਏ, ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਲੈ ਕੇ ਆਏ, ਉਹਨਾਂ ਦੇ ਪਰਿਵਾਰਾਂ ਵਾਸਤੇ ਜਾਂ ਹੋਰ ਲੋਕਾਂ ਵਾਸਤੇ ਜਿਹੜੇ ਸਮਾਜ ਦੇ ਉਸ ਸਤਰ 'ਤੇ ਨੇ ਵੀ ਜਿਹੜੇ ਲੋੜਵੰਦ ਨੇ, ਉਹਨਾਂ ਨੂੰ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਵੀ ਬੜੇ ਪ੍ਰੋਗਰਾਮ ਜਿਹੜੇ ਕੀਤੇ, ਭਾਵੇਂ ਤੁਸੀਂ ਸਿਲਾਈ ਸੈਂਟਰ ਖੋਲ੍ਹੇ ਜਾਂ ਕੰਪਿਊਟਰ ਸੈਂਟਰ ਖੋਲ੍ਹੇ, ਮੁੜ ਵਸੇਬੇ ਲਈ ਵੀ ਉਹਨਾਂ ਦੀ ਤੁਸੀਂ ਬੜੀ ਮਦਦ ਕੀਤੀ। ਉਹ ਇੱਕ ਟੌਪਿਕ ਜਿਹੜਾ ਹੈ ਉਹ ਬਾਰ-ਬਾਰ ਖਟਕ ਰਿਹਾ ਸੀ ਵੀ ਉਹ ਅੱਜ ਕਿੱਥੇ ਨੇ? ਨਹੀਂ, ਉਹ ਸਾਰੇ ਸਾਡੇ ਸੈਂਟਰ ਚੱਲ ਰਹੇ ਜੀ, ਅੱਜ ਵੀ ਚੱਲ ਰਹੇ ਨੇ। ਅਸੀਂ ਇਸੇ ਹਫਤੇ ਦੇ ਵਿੱਚ ਹਾਈ ਕੋਰਟ ਨਾਲ ਮਿਲ ਕੇ, ਹਾਈ ਕੋਰਟ ਦੇ ਜਸਟਿਸ ਸਾਰੇ ਮਿਲ ਕੇ ਇੱਕ ਉੱਥੇ ਲਾਗੇ ਦੇ 2-3 ਪਿੰਡ ਹੈਗੇ ਨੇ, ਉੱਥੇ ਜਗ੍ਹਾ ਲਈ ਹੋਈ ਹੈ। ਉੱਥੇ ਵੀ ਸਾਡੇ ਸੈਂਟਰ ਜਿਹੜੇ ਆ ਅਸੀਂ ਕੱਲ੍ਹ ਸ਼ਾਇਦ ਸ਼ੁਰੂ ਕਰ ਦਾਂਗੇ। ਇੱਕ ਮੈਂ ਦੱਸਣਾ ਚਾਹੁੰਦਾ, ਦੇਖੋ
ਜਿੰਨੀ ਸਾਡੀ ਸਿਲਾਈ ਸੈਂਟਰ ਦੀ ਲੜਕੀਆਂ ਹਜ਼ਾਰਾਂ ਦੀ ਗਿਣਤੀ 'ਚ ਪਾਸ ਆਊਟ ਹੋ ਚੁੱਕੀਆਂ ਨੇ ਜੀ। ਉਹਨਾਂ ਨੇ ਆਪਣੇ ਬੁਟੀਕ ਖੋਲ੍ਹ ਲਏ ਨੇ, ਆਪਣੇ ਸੈਂਟਰ ਖੋਲ੍ਹ ਲਏ ਨੇ, ਉਹ ਸਭ ਖੜੀਆਂ ਪੈਰਾਂ ਦੇ ਉੱਤੇ। ਵਾਹ ਜੀ ਵਾਹ। ਹਰ ਲੜਕੀ ਕਮਾ ਰਹੀ ਹੈ। ਅਸੀਂ ਫੀਡਬੈਕ ਲੈਂਦੇ ਹਾਂ ਨਾ ਜੀ, ਜੀ। ਉਹ ਥੈਂਕਸ ਕਰਦੀ ਵੀ ਅੱਜ ਤੱਕ ਘਰਾਂ 'ਚ ਬੈਠੀਆਂ ਸੀ ਜੀ। ਤੇ ਸਾਨੂੰ ਤੁਸੀਂ ਇੰਨਾ ਹੁਨਰ ਦੇਤਾ ਹੈ। ਤੇ ਦੂਜਾ ਅਸੀਂ ਲਾਲਚ ਬੜਾ ਪਾਇਆ ਸੀ ਕਿ ਜਿਹੜੀ ਬੱਚੀ ਪਹਿਲਾਂ ਲੜਕੀਆਂ ਆਉਂਦੀਆਂ ਨਹੀਂ ਸੀ ਜੀ। ਕਿ 6 ਮਹੀਨੇ ਦੇ ਕੋਰਸ ਆ ਕਰ ਲਾਂਗੇ। ਬਾਅਦ 'ਚ ਕੀ ਹੋਇਆ ਕਿ ਅਸੀਂ ਇੱਕ ਮਸ਼ੀਨ ਰੱਖਤੀ ਕਿ ਜਿਹਦੇ ਬੱਚੀ ਦੇ 98% ਤੋਂ ਉੱਤੇ ਮਾਰਕਸ ਆਉਣਗੇ, ਨਾ ਮਾਰਕਸ ਨਹੀਂ, ਜਿਹਦੀ ਅਟੈਂਡੈਂਸ ਹੋਏਗੀ ਅਟੈਂਡੈਂਸ ਹੋਈ ਤੇ 80% ਉੱਤੇ ਮਾਰਕਸ ਹੋਣਗੇ, ਤੇ ਉਹਨੂੰ ਅਸੀਂ ਜਿਹੜੇ ਆ ਇੱਕ ਮਸ਼ੀਨ ਜਿਹੜੀ ਨਾਲ ਫ੍ਰੀ ਦੇ ਦਾਂਗੇ ਡਿਪਲੋਮੇ ਦੇ ਨਾਲ। ਕਿਆ ਬਾਤ ਉਹਦੇ ਨਾਲ ਬੱਚਿਆਂ ਦਾ ਇੰਨਾ ਇੰਟਰਸਟ ਵਧਿਆ ਕਿ ਬੱਚੇ ਆਉਣੇ ਸ਼ੁਰੂ ਹੋ ਗਏ। ਹੁਣ ਮੈਂ ਇੱਕ ਹੋਰ ਦੱਸਣੀ ਚਾਹੁੰਦਾ, ਅਸੀਂ ਤੀਸਰਾ ਸਾਡਾ ਜਿਹੜਾ ਬੈਚ ਚੱਲ ਰਿਹਾ ਇਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਸਾਡਾ ਇੱਕ ਸੈਂਟਰ ਹੈ, ਐਡਵਾਂਸ ਰਿਸਰਚ ਸੈਂਟਰ। ਸੋ ਉੱਥੇ ਅਸੀਂ ਕੋਰਸਿਸ ਸ਼ੁਰੂ ਕੀਤੇ ਸੀਗੇ ਟਾਈਪ ਐਂਡ ਸ਼ਾਰਟ ਹੈਂਡ 'ਤੇ। ਅੱਛਾ ਜੀ। ਜਿਹਦੀ ਕਿ ਅੱਜ ਬਹੁਤ ਲੋੜ ਹੈ। ਉਸ ਪਹਿਲੇ 'ਚੋਂ ਸਾਡੇ 36 ਬੱਚੇ ਸਾਡੇ ਪਾਸ ਆਊਟ ਹੋਏ, 36 ਦੇ ਵਿੱਚੋਂ 23 ਬੱਚਿਆਂ ਨੂੰ ਨਾਲ ਦੀ ਨਾਲ ਜੌਬ ਮਿਲ ਗਈ। ਕੀ ਬਾਤ। ਦੂਸਰਾ ਸੈਂਟਰ ਹੋ ਗਿਆ, ਹੁਣ ਸਾਡਾ ਤੀਸਰਾ ਬੈਚ ਅਕਤੂਬਰ 'ਚ ਨਿਕਲ ਕੇ ਬਾਹਰ ਆ ਜਾਏਗਾ, 40 ਬੱਚਿਆਂ ਦਾ ਸਾਡਾ ਹੈਗਾ। ਇਹੋ ਜਿਹੇ ਜਿਹੜੇ ਨਾ ਟਾਈਪ ਤੇ ਸ਼ਾਰਟ ਹੈਂਡ ਇਹ ਸਭ ਖਤਮ ਹੋ ਚੁੱਕੀ ਹੈ ਆਪਣੇ ਪੰਜਾਬ ਦੇ ਵਿੱਚ। ਸੋ ਹੁਣ ਸਾਡਾ ਅਗਲਾ ਜਿਹੜਾ ਅਸੀਂ ਇਹਨੂੰ ਵੀ ਸ਼ੁਰੂ ਕਰ ਦਿੱਤਾ ਹੋਇਆ ਸਾਰਾ। ਦੈਟਸ ਗੁੱਡ ਜੀ। ਡਾਕਟਰ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਬੇਨਤੀ ਕਰਾਂਗਾ ਅੱਗੋਂ ਵੀ ਆਪਣੇ ਇਹ ਜਿਹੜੇ ਰੁਝੇਵੇਂ ਨੇ, ਜਿਸ ਮੈਨੂੰ ਪਤਾ ਤੁਹਾਡਾ ਰੁਝੇਵੇਂ ਬੜੇ ਨੇ, ਮੈਂ ਆਪ ਤੁਹਾਡੇ ਨਾਲ ਐਕਸਪੀਰੀਅੰਸ ਕੀਤਾ। ਸਵੇਰੇ ਅੰਮ੍ਰਿਤ ਵੇਲੇ ਸ਼ੁਰੂ ਹੋ ਜਾਂਦੇ ਹੋ ਤੇ ਰਾਤ ਤੱਕ ਵੰਡੀ ਜਾਂਦੇ ਹੋ ਤੇ ਸਤਿਗੁਰਾਂ ਦੀ ਬਖਸ਼ਿਸ਼ ਵੀ ਹੈ, ਤੁਹਾਡੇ ਖਜ਼ਾਨੇ ਜਿਹੜੇ ਆ ਭਰਪੂਰ ਕਰਨ। ਇਹ ਅਸੀਂ ਅਰਦਾਸ ਕਰਦੇ ਹਾਂ ਵੀ ਹੋਰ ਡਟ ਕੇ ਸੇਵਾ ਕਰੋ। ਅਤੇ ਸੇਵਾ ਤਾਂ ਆਪੇ ਦੇਖੋ ਜੀ ਉਹ ਕਰਾ ਰਿਹਾ ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਖੀਸਾ ਉਹਦਾ, ਹੱਥ ਸਾਡਾ, ਤੇ ਅਸੀਂ ਕਿਹੜਾ ਜੇਬ 'ਚੋਂ ਖਰਚਣਾ, ਅਸੀਂ ਤਾਂ ਉਹਦੇ ਖੀਸੇ 'ਚੋਂ ਕੱਢਦੇ ਹਾਂ ਤੇ ਇੱਦਾਂ ਦਾ ਵੰਡੀ ਜਾ ਰਹੇ ਹਾਂ ਬਸ। ਤਾਂ ਮਹਿਸੂਸ ਹੀ ਨਹੀਂ ਹੁੰਦਾ ਕਿ ਕਿੱਥੇ ਕਿੰਨਾ ਖਰਚਾ ਹੋ ਗਿਆ, ਪੈਸਾ ਕਿੱਥੋਂ ਆਉਣਾ ਹੈ, ਕਿੱਦਾਂ ਕਰਾਂਗੇ, ਕਦੀ ਸੋਚਿਆ ਨਹੀਂ ਅੱਜ ਤੱਕ ਜੀ। ਆਪਣੇ ਆਪ ਹੀ ਉਹਨੂੰ ਫਿਕਰ ਹੈ ਜੀ। ਜੇ ਅਸੀਂ ਖਰਚ ਰਹੇ ਹਾਂ ਤਾਂ ਉਹਨੂੰ ਪਤਾ ਕਿ ਮੈਂ ਦੇਣਾ ਕਿਸ ਸ਼ੇਪ 'ਚ ਹੈ ਔਰ ਉਹ ਛੱਪੜ ਫਾੜ ਕੇ ਦਿੰਦਾ ਜੇ, ਉਹਦੇ ਵੱਲੋਂ ਕੋਈ ਕਮੀ ਨਹੀਂ ਹੈ। ਚਲੋ ਛੱਪੜ ਫਾੜ ਕੇ ਬਥੇਰਿਆਂ ਨੂੰ ਵੀ ਮਿਲਦਾ, ਬਟ ਇੰਨਾ ਵੱਡਾ ਦਿਲ ਰੱਖਣਾ ਇਹ ਤੇ ਸਮਾਜ ਭਲਾਈ ਲਈ ਅੱਗੇ ਉਨਾ ਹੀ ਖੁੱਲੇ ਦਿੱਲੀ ਨਾਲ ਜਿੰਨੇ ਛੱਪੜ ਫਾੜ ਕੇ ਦੇ ਰਹੇ ਤੇ ਛੱਪੜ ਫਾੜ ਕੇ ਹੀ ਅੱਗੇ ਵੰਡਣਾ, ਇਹ ਸਮਤ, ਇਹ ਵੀ ਹਿੰਮਤ ਹੋਣੀ ਬਖਸ਼ਣੀ ਹੈ, ਸਮਤ ਹੋਣੀ ਹਾਂਜੀ, ਬਖਸ਼ਣੀ ਹੈ। ਜਦ ਤੱਕ ਉਹਦੀ ਰਜ਼ਾ ਨਹੀਂ ਹੋਏਗੀ ਕੁਝ ਨਹੀਂ ਅਸੀਂ ਕਰ ਸਕਦੇ। ਬਿਲਕੁਲ ਜੀ। ਜਿੰਨੀ ਦੇਰ ਉਹਦਾ ਪਿੱਛੇ ਹੱਥ ਨਹੀਂ ਹੈ ਨਾ ਜੀ, ਅਸੀਂ ਕੁਝ ਨਹੀਂ ਕਰ ਸਕਦੇ, ਜ਼ੀਰੋ ਹਾਂ ਅਸੀਂ। ਤੇ ਸਾਨੂੰ ਸਮਝ ਨਹੀਂ ਆਉਂਦੀ ਕਈ ਵਾਰ ਵੀ ਅਸੀਂ ਵੰਡਣਾ ਕਿਵੇਂ ਹੈ ਤੇ ਕਿੱਥੇ ਵੰਡਣਾ ਹੈ। ਸਤਿਗੁਰੂ ਆਪ ਬਾਣੀ 'ਚ ਫਰਮਾਉਂਦੇ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਤੇ ਉਹਦੀ ਪ੍ਰਤੱਖ ਮਿਸਾਲ ਅਸੀਂ ਅੱਜ ਦੇਖ ਰਹੇ ਹਾਂ। ਡਾਕਟਰ SP ਸਿੰਘ ਓਬਰਾਏ, ਮੁੱਖ ਸੇਵਾਦਾਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਜੋ ਸੰਸਾਰ ਭਰ ਦੇ ਵਿੱਚ ਬੜੇ ਹੀ ਸੋਹਣੇ ਮੈਨੇਜਰੀਅਲ ਢੰਗ ਦੇ ਨਾਲ ਲੋਕਾਂ ਦੀ ਜੋ ਸੇਵਾ ਕਰ ਰਿਹਾ, ਲੋਕਾਈ ਦੀ ਸੇਵਾ ਕਰ ਰਿਹਾ ਤੇ ਸਰਬੱਤ ਦੇ ਭਲੇ ਦੀ ਜਾਚਨਾ ਦੇ ਨਾਲ, ਉਸੇ ਮਿਸ਼ਨ ਦੇ ਨਾਲ ਹਰ ਵਰਗ, ਸਮਾਜ ਦੇ ਹਰ ਵਰਗ ਲਈ ਜੋ ਹੈ ਉਹ ਕੰਮ ਕਰ ਰਿਹਾ। ਬੜੀਆਂ ਗੱਲਾਂ ਨੇ ਡਾਕਟਰ ਸਾਹਿਬ ਦੇ ਨਾਲ ਕਰਨ ਲਈ, ਬਟ ਇਹ ਜਿਹੜੇ ਸਾਡੇ 2 ਐਪੀਸੋਡ ਭਾਰਤ ਦੇ ਵਿੱਚ ਇਹਨਾਂ ਦੇ ਇੱਕ ਦਹਾਕੇ ਤੋਂ ਉੱਪਰ ਜੋ ਸਮਾਂ ਹੋ ਗਿਆ ਸੇਵਾ ਕਰਦਿਆਂ ਦਾ, ਉਸ ਨੂੰ ਸਮਰਪਿਤ ਸਨ। ਜੋ ਅੱਜ 12 ਸਾਲ ਦਾ ਜਿਹੜਾ ਟੋਟਲ ਸਮਾਂ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਕ ਜੇਲ੍ਹਾਂ ਤੋਂ ਬੰਦਿਆਂ ਨੂੰ ਕੱਢਣ ਤੋਂ ਲੈ ਕੇ ਤੇ ਅੱਜ ਸਮਾਜ ਦਾ ਕੋਈ ਐਸਾ ਖੇਤਰ ਨਹੀਂ ਹੈ, ਕੋਈ ਐਸੀ ਫੀਲਡ ਨਹੀਂ ਹੈ ਜਿਸ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਕੰਮ ਨਾ ਕਰ ਰਿਹਾ ਹੋਵੇ। ਤੇ ਆਉਣ ਵਾਲੇ ਸਮੇਂ ਦੀਆਂ ਵੀ ਇਹਨਾਂ ਦੀਆਂ ਜੋ ਪਲੈਨਿੰਗਸ ਨੇ ਉਸ ਉੱਤੇ ਵੀ ਜਿਹੜੀ ਹੈਗੀ ਹੈ, ਅਸੀਂ ਇੱਕ ਪੰਛੀ ਝਾਤ, ਮੈਂ ਕਹਾਂਗਾ ਕਿ ਅਸੀਂ ਪੰਛੀ ਝਾਤ ਮਾਰੀ ਹੈ ਇਹਨਾਂ 2 ਐਪੀਸੋਡਸ ਦੇ ਵਿੱਚ। ਪਰ ਪਿਛਲੇ ਸਮੇਂ ਦੌਰਾਨ, ਅੱਜ ਤੋਂ ਤਕਰੀਬਨ 4-5 ਸਾਲ ਪਹਿਲੇ ਮੇਰੇ ਡਾਕਟਰ ਸਾਹਿਬ ਦੇ ਨਾਲ ਚੜ੍ਹਦੀ ਕਲਾ ਟਾਈਮ TV ਦੇ ਸਟੂਡੀਓ 'ਚ ਜਦੋਂ ਅਸੀਂ ਗੱਲਬਾਤ ਕੀਤੀ ਤੇ ਸਾਡੀ ਗੱਲਬਾਤ ਦੇ ਤਕਰੀਬਨ ਮੇਰੇ ਖਿਆਲ 7 ਐਪੀਸੋਡ ਅਸੀਂ ਲਗਾਤਾਰ ਜਿਹੜੇ ਹਨ ਉਹ ਰਿਕਾਰਡ ਹੋਏ ਸਨ। ਉਵੇਂ ਹੀ ਅਸੀਂ ਅੱਜ ਬੜੇ ਸਾਲਾਂ ਬਾਅਦ ਕੋਵਿਡ ਤੋਂ ਬਾਅਦ ਚੋਂ ਫਿਰ ਇਕੱਠੇ, ਮੈਂ ਧੰਨਵਾਦ ਕਰਾਂਗਾ ਡਾਕਟਰ ਸਾਹਿਬ ਦਾ ਵੀ ਉਹਨਾਂ ਨੇ ਸਮਾਂ ਕੱਢਿਆ, ਆਏ ਨੇ ਤੇ ਅਸੀਂ ਇਹ 2 ਖਾਸ ਐਪੀਸੋਡ ਜਿਹੜੇ ਹੈਗੇ ਨੇ ਇਸ ਜਿਹੜੇ ਦਹਾਕੇ ਦੇ ਉਸ ਨੂੰ ਸਮਰਪਿਤ ਅਸੀਂ ਕਰ ਪਾਏ ਹਾਂ। ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਡਾਕਟਰ ਸਾਹਿਬ ਨੂੰ ਦਰਖਾਸਤ ਕਰਾਂਗਾ ਸਮਾਂ ਕੱਢਣ ਤੇ ਜਿਹੜੀਆਂ ਸੇਵਾਵਾਂ ਸਰਬੱਤ ਦੇ ਭਲੇ ਚੈਰੀਟੇਬਲ ਟਰਸਟ ਵੱਲੋਂ ਹੋਰ ਕੀਤੀਆਂ ਜਾ ਰਹੀਆਂ ਤੇ ਕਿੱਥੇ ਜਾ ਰਹੀਆਂ ਹਨ, ਆਪ ਜੀ ਤੱਕ ਅਸੀਂ ਜਾਣਕਾਰੀ ਪਹੁੰਚਾ ਸਕੀਏ। ਸਕਰੀਨ ਤੇ ਨਾਲ ਗੱਲਬਾਤ ਕਰਦੇ ਹਾਂ, ਤੁਸੀਂ ਦੇਖਦੇ ਵੀ ਰਹੇ ਹੋ ਵੱਖ-ਵੱਖ ਤਸਵੀਰਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਕਿਵੇਂ ਤੁਸੀਂ ਸੰਪਰਕ ਕਰ ਸਕਦੇ ਹੋ, ਉਹ ਵੀ ਅਸੀਂ ਨਾਲ ਥੱਲੇ ਜੋ ਹੈ ਸਾਡੀ ਸਟ੍ਰਿਪ ਚਲਦੀ 'ਚ ਜਾਣਕਾਰੀ ਜਿਹੜੀ ਉਹ ਲਗਾਤਾਰ ਚਲਦੀ ਰਹੀ ਹੈ। ਤੇ
ਅਗਰ ਆਪ ਜੀ ਵੀ ਕਿਸੇ ਢੰਗ ਨਾਲ ਵਲੰਟੀਅਰ ਕਰਨਾ ਚਾਹੋ ਤਾਂ ਇਹਨਾਂ ਦੀਆਂ ਟੀਮਾਂ ਜਿਹੜੀਆਂ ਹਨ ਹਰ ਸ਼ਹਿਰ ਦੇ ਵਿੱਚ, ਜਿਵੇਂ ਦੱਸਿਆ ਡਾਕਟਰ ਸਾਹਿਬ ਵੀ, ਜਿਵੇਂ ਵਲੰਟੀਅਰ ਨਿਸ਼ਕਾਮ ਹੋ ਕੇ ਸੇਵਾ ਕਰਕੇ ਨਾਲ ਜੁੜਨਾ ਚਾਹੁੰਦੇ ਨੇ, ਜੀ ਹਾਂ ਉਹ ਜ਼ਰੂਰ ਜੁੜ ਸਕਦੇ ਨੇ। ਤੇ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈ ਤੇ ਧੰਨਵਾਦ, ਤੇ ਆਸ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਜੀ ਆਪ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ, ਹੋਰ ਤਾਕਤ ਬਖਸ਼ਣ ਤੇ ਹੋਰ ਵੱਧ ਚੜ੍ਹ ਕੇ ਲੋਕਾਈ ਦੀ ਸੇਵਾ ਤੁਸੀਂ ਤੇ ਤੁਹਾਡੀ ਪੂਰੀ ਟੀਮ ਜਿਹੜੀ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਇਸੇ ਢੰਗ ਨਾਲ ਕਰਦੀ ਰਹੇ। ਤੇ ਵਿਸ਼ੇਸ਼ ਧੰਨਵਾਦ, ਸ਼ੁਕਰਾਨਾ ਸਤਿਗੁਰੂ ਦਾ, ਅਤੇ ਆਪ ਜੀ ਦੀ ਮਾਤਾ ਜੀ ਸਰਦਾਰਨੀ ਅੰਮ੍ਰਿਤ ਕੌਰ ਜੀ ਨੂੰ ਵੀ ਨਮਸਕਾਰ ਕਿ ਉਹਨਾਂ ਨੇ ਐਸੀ ਗੁੜਤੀ ਆਪਣੇ ਬੱਚਿਆਂ ਨੂੰ ਦਿੱਤੀ ਕਿ ਉਹ ਵੱਧ ਚੜ੍ਹ ਕੇ ਅੱਜ ਇੱਕ ਮਿਸਾਲ ਬਣੇ ਹੋਏ ਹਨ। ਅਤੇ ਕੌਮ ਦੀ ਚੜ੍ਹਦੀ ਕਲਾ ਵੀ ਆਟੋਮੈਟਿਕਲੀ ਹੁੰਦੀ ਹੈ ਜਿੱਥੇ ਸਰਬੱਤ ਦੇ ਭਲੇ ਦੀ ਜਾਚਨਾ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਖਾਸ ਮੁਲਾਕਾਤ।